वो अंदर रन्नू चालू है। हाँ चालू है। अंदर ले लो। यही अंदर होना है तो देखना देख ले आगे हो गया ये करीब में बाद वाहिगुरु 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 जी का खालसा वाहिगुरु जी की फतेह। समुची गुरु की सवारी साध संगत आप जी जुड़ चुके हो। जो आपां रोज शाम नूं गुरबाणी संथिया की क्लास लाउणी उस क्लास के अंदर सतगुरां ने बड़ी रहमत की है कि वो अज अजोके समय के अंदर जो डिजिटल सहूलत सानू मिली है ਉਹਦੇ आधार के उत्ते असीं जो है ये क्लासां की आरंभता की है। आप सारिਆਂ ਦਾ बहुत धन्यवाद। आप जी विशेष तौर के उत्ते हाज़रियां भरदे हो, विशेष तौर के उत्ते इस क्लास दे विच हाज़र हुंदे हो। आपां जल्दी ही 1-2 मिनट तक क्लास की आरंभता करते हैं। अज जो आपां जपजी साहिब की बाणी की संथिया ते विचार की आरंभता की है ਉਹਦੇ ਵਿੱਚੋਂ ਆਪਾਂ ਅੱਜ ਜੋ ਆਪ ਜੀ ਦੀ ਸਕਰੀਨ ਤੇ ਆ ਰਿਹਾ ਹੈ ਇਸ ਪੌੜੀ ਦੀ ਆਪਾਂ ਜਿਹੜੀ ਹੈ ਵਿਚਾਰ ਤੇ ਸੰਥਿਆ ਆਰੰਭ ਕਰਨੀ ਹੈ। ਅਮੁੱਲ ਗੁਣ ਅਮੁੱਲ ਵਪਾਰ ਵਾਲੀ। ਸਤਿਗੁਰਾਂ ਨੇ ਜਪਜੀ ਸਾਹਿਬ 'ਚ ਬਹੁਤ ਬਖਸ਼ਿਸ਼ਾਂ ਕੀਤੀਆਂ। ਜਪਜੀ ਸਾਹਿਬ ਸਾਧ ਸੰਗਤ ਬਾਣੀ ਐਸੀ ਹੈ ਕਿ ਜੇ ਕੋਈ ਆਮ ਸਧਾਰਨ ਜੀਵ ਨੂੰ ਸਮਝਣਾ ਚਾਹਵੇ ਨਾ ਉਹ ਬੜੇ ਸੁਖੈਨ ਢੰਗ ਦੇ ਨਾਲ ਸਮਝ ਸਕਦਾ ਹੈ। ਤੇ ਜੇ ਕੋਈ ਫਿਲਾਸਫੀ ਵਾਲਾ ਫਿਲਾਸਫਰ ਇਹਨੂੰ ਸਮਝਣਾ ਚਾਹਵੇ ਤੇ ਇੰਨੀ ਕਿ ਇਹਦੇ ਵਿੱਚ ਫਿਲਾਸਫੀ ਹੈ ਕਿ ਉਹ ਅਸਚਰਜ ਹੋ ਜਾਂਦਾ ਹੈ। ਇੰਨੀ ਮਹਾਨ ਫਿਲਾਸਫੀ ਇਸ ਬਾਣੀ ਦੇ ਅੰਦਰ ਸਤਿਗੁਰਾਂ ਨੇ ਰੱਖੀ ਹੈ। ਪਰ ਜੇ ਕੋਈ ਆਮ ਸਧਾਰਨ ਮਨੁੱਖ ਕਵੇ ਮੈਨੂੰ ਜਪਜੀ ਦਾ ਪਤਾ ਲੱਗ ਜਾਵੇ ਤੇ ਉਹਦੇ ਲਈ ਵੀ ਬੜਾ ਸੁਖੈਨ ਢੰਗ ਹੈ ਸਤਿਗੁਰਾਂ ਨੇ ਬਖਸ਼ਿਸ਼ ਕੀਤਾ। ਇਸ ਕਰਕੇ ਆਪ ਜੀ ਬਹੁਤ ਵੱਡੀਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਇਸ ਵਿਸ਼ੇਸ਼ ਗੁਰਮਤਿ ਕਲਾਸ ਦੇ ਅੰਦਰ ਜੁੜਨ ਦਾ ਸੁਭਾਗ ਸਮਾਂ ਜਿਹੜਾ ਆ ਉਹ ਮਿਲਿਆ ਹੈ। ਸੰਗਤ ਕਾਫੀ ਹੱਦ ਤੱਕ ਜੁੜ ਚੁੱਕੀ ਆਪਾਂ ਦੇਖ ਲਈਏ। ਹਾਂ ਕੁਛ ਕੁ ਸੰਗਤ ਹੋਰ ਜੁੜ ਜਾਵੇ ਫਿਰ ਆਪਾਂ ਇਸ ਕਲਾਸ ਦੀ ਆਰੰਭਤਾ ਕਰਦੇ ਹਾਂ ਜੀ। ਇਹ ਜੋ ਪੌੜੀ ਹੈ ਸਤਿਗੁਰਾਂ ਨੇ ਜਿਹੜੀ ਪੌੜੀ ਬਖਸ਼ਿਸ਼ ਕੀਤੀ ਹੈ ਇਹ ਜਪਜੀ ਸਾਹਿਬ ਦੀ 26ਵੀਂ ਪੌੜੀ ਹੈ ਅਮੁੱਲ ਗੁਣ ਵਾਲੀ। ਇਸ 26ਵੀਂ ਪੌੜੀ ਦੇ ਅੰਦਰ ਵੀ ਸਤਿਗੁਰਾਂ ਨੇ ਪਰਮਾਤਮਾ ਦੀ ਬੇਅੰਤਤਾ ਨੂੰ ਬਿਆਨ ਕੀਤਾ ਹੈ ਕਿ ਪਰਮਾਤਮਾ ਕਿੰਨਾ ਮਹਾਨ ਹੈ ਜਿਹਦੇ ਬਾਰੇ ਲੋਕੀ ਵੱਖ-ਵੱਖ ਕਿਆਸਾਂ ਲਾਉਂਦੇ ਸਨ ਕਿ ਸਾਨੂੰ ਪਰਮਾਤਮਾ ਦਾ ਪਤਾ ਉਹ ਕੈਸਾ ਹੈ, ਉਹਦਾ ਰੂਪ ਕੈਸਾ ਹੈ, ਰੰਗ ਕੈਸਾ ਹੈ, ਕਿਵੇਂ ਉਹ ਲੋਕਾਂ ਦੇ ਨਾਲ ਪਰਮਾਤਮਾ ਦਾ ਸੰਬੰਧ ਜਿਹੜਾ ਜੋੜਦੇ ਸਨ। ਪਰ ਸਤਿਗੁਰਾਂ ਨੇ ਬੜੀ ਕਮਾਲ ਕਰ ਦਿੱਤੀ ਇਸ ਜਪਜੀ ਸਾਹਿਬ ਦੀ ਬਾਣੀ। ਸਾਰਾ ਕੁਝ ਕਹਿ ਕੇ ਵੀ ਸਤਿਗੁਰਾਂ ਨੇ ਕਹਿ ਦਿੱਤਾ ਕਿ ਮੈਨੂੰ ਕੁਝ ਨਹੀਂ ਪਤਾ, ਵਾਹਿਗੁਰੂ ਜੀ ਆਪ ਹੀ ਆਪਣੇ ਆਪ ਨੂੰ ਜਾਣਦੇ ਹੋ। ਕਿੰਨੀ ਮਹਾਨ ਬਖਸ਼ਿਸ਼ ਜਿਹੜੀ ਹੈ ਇਸ ਜਪਜੀ ਬਾਣੀ ਦੇ ਅੰਦਰ ਸਤਿਗੁਰਾਂ ਨੇ ਜਿਹੜੀ ਉਹ ਕੀਤੀ ਹੈ। ਸੋ ਸੰਗਤ ਜੁੜ ਚੁੱਕੀ ਹੈ। ਆਪਾਂ ਇਸ ਅਮੁੱਲ ਗੁਣ ਅਮੁੱਲ ਵਪਾਰ ਵਾਲੀ
ਜੋ ਆਪ ਜੀ ਦੀ ਸਕਰੀਨ ਦੇ ਉੱਤੇ ਪੌੜੀ ਆ ਰਹੀ ਹੈ, ਇਹਦੀ ਆਪਾਂ ਜਿਹੜੀ ਸੰਥਿਆ ਤੇ ਵਿਚਾਰ ਆਰੰਭ ਕਰਦੇ ਹਾਂ। ਵਿਚਾਰ ਦੀ ਆਰੰਭ ਤੋਂ ਪਹਿਲਾਂ ਫਤਿਹ ਨਾਲ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਸਤਿਗੁਰਾਂ ਨੇ ਇੱਥੇ ਸ਼ਬਦ ਜਿਹੜਾ ਹੈ ਨਾ, ਜਦੋਂ ਆਪਾਂ ਇਹ ਪੜ੍ਹਦੇ ਹਾਂ ਪੌੜੀ, ਇੱਥੇ ਸਤਿਗੁਰਾਂ ਨੇ ਦੇਖੋ ਕਿੱਡਾ ਸੁੰਦਰ ਇੱਕ ਸ਼ਬਦ ਵਰਤਿਆ ਹੈ, ਜਿਹਦਾ ਨਾਮ ਸਤਿਗੁਰਾਂ ਨੇ ਅਮੁੱਲ ਕਿਹਾ। ਅਮੁੱਲ, ਅਮੁੱਲ ਸ਼ਬਦ ਜਿਹੜਾ ਹੈ ਨਾ, ਇਹਦਾ ਅਰਥ ਹੈ ਜਿਸ ਚੀਜ਼ ਦਾ, ਜਿਸ ਵਸਤੂ ਦਾ ਕੋਈ ਮੁੱਲ ਹੀ ਨਾ ਹੋਵੇ, ਉਹਦੇ ਲਈ ਅਮੁੱਲ ਸ਼ਬਦ ਵਰਤਿਆ ਜਾਂਦਾ ਹੈ। ਸੰਸਾਰ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ, ਤਿੰਨ ਤਰੀਕਿਆਂ ਦੇ ਨਾਲ ਜਿਹੜਾ ਹੈ ਨਾ, ਕਿਸੇ ਚੀਜ਼ ਦੀ ਗਿਣਤੀ ਮਿਣਤੀ ਹੋ ਗਈ ਤੇ ਉਹਦਾ ਮੁੱਲ ਪਾਇਆ ਜਾਂਦਾ। ਸਭ ਤੋਂ ਪਹਿਲੀ ਤਰੀਕਾ ਹੈਗਾ ਗਿਣਤੀ ਦਾ, ਗਿਣ ਕੇ ਮੁੱਲ ਪਾਇਆ ਜਾਂਦਾ ਹੈ। ਦੂਸਰਾ ਤਰੀਕਾ ਮਿਣ ਕੇ ਮੁੱਲ ਪਾਇਆ ਜਾਂਦਾ ਹੈ। ਤੇ ਤੀਸਰਾ ਤਰੀਕਾ ਜਿਹੜਾ ਤੋਲ ਕੇ ਜਾਂ ਜੋਖ ਕੇ ਉਸ ਤਰ੍ਹਾਂ ਮੁੱਲ ਜਿਹੜਾ ਪਾਇਆ ਜਾਂਦਾ। ਇਹਨਾਂ ਤਿੰਨ ਤਰੀਕਿਆਂ ਦੇ ਨਾਲ ਕਿਸੇ ਵੀ ਵਸਤੂ ਦਾ ਮੁੱਲ ਜਿਹੜਾ ਉਹ ਪਾਇਆ ਜਾਂਦਾ ਹੈ। ਪਰ ਸਤਿਗੁਰਾਂ ਨੇ ਅੱਜ ਇਸ ਪੌੜੀ ਦੀ ਆਰੰਭਤਾ ਦੇ ਵਿੱਚ ਸ਼ਬਦ ਅਮੁੱਲ ਵਰਤਿਆ। ਅਮੁੱਲ, ਅਮੁੱਲ ਭਾਵ ਜਿਸ ਦਾ ਕੋਈ ਮੁੱਲ ਨਾ ਹੋਵੇ, ਜਿਸ ਦਾ ਕਿਸੇ ਪ੍ਰਕਾਰ ਦਾ ਕੋਈ ਮੁੱਲ ਹੀ ਨਾ ਹੋਵੇ, ਅਨਮੋਲ ਵਸਤੂ। ਤੇ ਉਹ ਕਿਹੜੀਆਂ ਅਨਮੋਲ ਵਸਤੂਆਂ ਹਨ, ਉਹਦੀ ਗੱਲ ਜਿਹੜੀ ਆ ਇਸ ਪੌੜੀ ਦੇ ਅੰਦਰ ਕੀਤੀ ਆ ਸਤਿਗੁਰਾਂ ਨੇ। ਤੇ ਸਤਿਗੁਰੂ ਬੜੀ ਅਚਰਜਤਾ ਦੇ ਵਿੱਚ ਜਾ ਕੇ ਅਮੁੱਲ ਅਮੁੱਲ ਆਖਦੇ ਆਖਦੇ ਫਿਰ ਸਤਿਗੁਰੂ ਕਹਿਣ ਲੱਗ ਪਏ ਕਿ ਉਹ ਇੰਨਾ ਕੁ ਅਮੁੱਲ ਆ ਕਿ ਉਹਨੂੰ ਜਪਣ ਵਾਲੇ ਵੀ ਅਮੁੱਲ ਆ। ਤੇ ਸਤਿਗੁਰਾਂ ਨੇ ਕਹਿ ਦਿੱਤਾ ਕਿਹੜੇ ਕਿਹੜੇ ਜਪਦੇ ਆ, ਉਹਨਾਂ ਦੀ ਗਾਂਹ ਗੱਲ ਆਉਂਦੀ ਆ। ਸੋ ਆਪਾਂ ਇਸ ਪੌੜੀ ਦੀ ਆਰੰਭਤਾ ਕਰੀਏ। ਸਤਿਗੁਰੂ ਬਖਸ਼ਿਸ਼ ਕਰਦੇ ਆ। ਅਮੁੱਲ ਗੁਣ, ਅਮੁੱਲ ਵਪਾਰ। ਸ਼ਬਦ ਵਾਪਾਰ ਪੜ੍ਹਨਾ ਹੈ, ਵਾਵੇ ਨੂੰ ਹੀ ਕਰਨਾ ਲੱਗਾ ਹੋਇਆ, ਇਸ ਕਰਕੇ ਵਪਾਰ ਨਹੀਂ ਪੜ੍ਹਨਾ, ਵਾਪਾਰ ਆਪਾਂ ਜਿਹੜਾ ਸ਼ਬਦ ਹੈ ਨਾ ਉਹ ਪੜ੍ਹਨਾ ਹੈ। ਇਹਦਾ ਅਰਥ ਬਣਦਾ ਹੈ ਕਿ ਉਸ ਅਕਾਲ ਪੁਰਖ ਪਰਮਾਤਮਾ ਦੇ ਜਿਹੜੇ ਗੁਣ ਹਨ, ਉਹਨਾਂ ਗੁਣਾਂ ਦਾ ਵੀ ਕੋਈ ਮੁੱਲ ਨਹੀਂ ਹੈ। ਤੇ ਜਿਹੜੇ ਉਸ ਗੁਣ ਦੇ ਵਪਾਰ ਹਨ, ਭਾਵ ਜੋ ਗੁਣਾਂ ਦਾ ਵਪਾਰ ਕਰਦੇ ਆ, ਜਾਂ ਕਹਿ ਲਓ ਕਿ ਜਿਹੜਾ ਮੁੱਲ ਹੈ, ਜੋ ਗੁਣ ਹਨ ਉਹ ਅਮੁੱਲ ਹਨ। ਅਕਾਲ ਪੁਰਖ ਪਰਮਾਤਮਾ ਦੇ ਗੁਣ, ਤੇ ਉਹਨਾਂ ਗੁਣਾਂ ਦਾ ਵਪਾਰ ਜਿਹੜਾ ਹੈ ਉਹ ਵੀ ਅਮੁੱਲ ਹੈ। ਜਿਵੇਂ ਕਹਿ ਲਓ ਕਿ ਕੋਈ ਵਸਤੂ ਹੈ ਕਿਸੇ ਜਗ੍ਹਾ ਦੇ ਉੱਤੇ ਪਈ, ਤੇ ਉਹਦਾ ਇੱਕ ਮੁੱਲ ਹੈ, ਤੇ ਫਿਰ ਜਦੋਂ ਉਹਦਾ ਵਪਾਰ ਕਰਨ, ਜਦੋਂ ਵਸਤੂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਇਆ ਜਾਂਦਾ, ਉਹਨੂੰ ਕਹਿੰਦੇ ਵਪਾਰ ਕਰਨਾ। ਤੇ ਉਹ ਜਦੋਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦੀ ਹੈ ਵਸਤੂ, ਉਹਦਾ ਫਿਰ ਮੁੱਲ ਪਾਇਆ ਜਾਂਦਾ ਹੈ। ਜਿਵੇਂ ਆਪ ਜੀ ਜ਼ਿਆਦਾਤਰ ਟਰਾਂਸਪੋਰਟਾਂ ਨਾਲ ਸੰਬੰਧਿਤ ਹੋ, ਫਿਰ ਵਿੱਚ ਟਰਾਂਸਪੋਰਟ ਦੇ ਖਰਚੇ ਵੀ ਆ ਜਾਂਦੇ ਆ, ਹੋਰ ਟੈਕਸ ਵਗੈਰਾ ਲਾ ਕੇ ਫਿਰ ਉਹਦਾ ਅੱਗੇ ਵਪਾਰ ਹੁੰਦਾ ਹੈ। ਇਸ ਜਗ੍ਹਾ ਇੱਕ ਵਸਤੂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਤੇ ਲੈ ਕੇ ਜਾਣ ਲੱਗਿਆ। ਤੇ ਪਰ ਸਤਿਗੁਰੂ ਕਹਿੰਦੇ ਆ ਕਿ ਉਹ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਉਹਦੇ ਜਿਹੜੇ ਗੁਣ ਹਨ ਉਹ ਗੁਣ ਅਮੁੱਲ ਹਨ। ਫਿਰ ਉਹਨਾਂ ਦਾ ਵਪਾਰ ਵੀ ਬੜਾ ਅਮੁੱਲ ਹੈ, ਉਹਦਾ ਵੀ ਕੋਈ ਮੁੱਲ ਨਹੀਂ ਹੈ। ਪਰਮਾਤਮਾ ਦੇ ਗੁਣ ਵੀ ਅਮੁੱਲ ਹਨ, ਉਹਦਾ ਵਪਾਰ ਵੀ ਅਮੁੱਲ ਹੈ। ਫਿਰ ਅਗਲੀ ਪੰਕਤੀ ਤੇ ਆ ਜਾਓ, ਸਤਿਗੁਰੂ ਕਹਿੰਦੇ ਅਮੁੱਲ ਵਪਾਰੀਏ ਅਮੁੱਲ ਭੰਡਾਰ। ਵਪਾਰੀਏ ਤੋਂ ਭਾਵ ਜਿਹੜੇ ਵਪਾਰ ਕਰਨ ਵਾਲੇ। ਹੁਣ ਵਪਾਰ ਵੀ ਅਮੁੱਲ ਹੈ, ਗੁਣ ਵੀ ਅਮੁੱਲ ਹਨ, ਫਿਰ ਉਹਨਾਂ ਗੁਣਾਂ ਦਾ ਵਪਾਰ ਕਰਨ ਵਾਲੇ ਵਪਾਰੀ ਉਹ ਵੀ ਅਮੁੱਲ ਹਨ। ਭਾਵ ਜਿਹੜੇ ਗੁਣਾਂ ਦਾ, ਪਰਮਾਤਮਾ ਦੇ ਗੁਣਾਂ ਦਾ ਵਪਾਰ ਕਰਨ ਵਾਲੇ ਹਨ ਨਾ, ਜਿਹੜੇ ਉਹਦੇ ਹਾਰ ਕੇ ਨਾਮ ਕੇ ਵਣਜਾਰੇ, ਹੀਰਾ ਹੱਥ ਚੜਿਆ ਨਿਰਮੋਲਕ ਛੁੱਟ ਗਈ ਸੰਸਾਰੀ, ਜਿਹੜੀ ਗੱਲ ਕਹੀ ਹੈ ਕਿ ਜਿਨ੍ਹਾਂ ਨੇ ਨਾਮ ਦਾ ਵਪਾਰ ਕੀਤਾ, ਜਿਹੜੇ ਨਾਮ ਦੇ ਵਣਜਾਰੇ ਹੋਏ ਆ। ਮੈਂ ਵਣਜਾਰਨ ਰਾਮ ਕੀ, ਤੇਰਾ ਨਾਮ ਵੱਖਰ ਵਪਾਰ ਜੀ। ਜਿਨ੍ਹਾਂ ਨੇ ਐਸਾ ਜੀਵਨ ਜੀਵਿਆ, ਜਿਹੜੇ ਸੰਤ ਹਨ, ਜਿਹੜੇ ਭਗਤ ਹਨ, ਜਿਹੜੇ ਗੁਰੂ ਪਿਆਰੇ ਨਾਮ ਦਾ ਵਣਜ ਵਪਾਰ ਕਰਦੇ ਆ, ਜਿਹੜੇ ਗੁਣ ਵਿਹਾਂਜਦੇ ਆ ਪਰਮਾਤਮਾ ਦੇ, ਆਪ ਵੀ ਗੁਣ ਜਿਹੜੇ ਧਾਰਨ ਕਰਦੇ ਆ ਤੇ ਦੂਸਰਿਆਂ ਨੂੰ ਵੀ ਉਹਨਾਂ ਗੁਣਾਂ ਦਾ ਵਪਾਰ ਕਰਾਉਂਦੇ ਆ। ਸੋ ਉਹ ਜਿਹੜੇ ਵਪਾਰੀ ਹਨ ਉਹ ਵੀ ਅਮੁੱਲ ਹਨ, ਉਹਨਾਂ ਦਾ ਵੀ ਕੋਈ ਮੁੱਲ ਨਹੀਂ ਹੈ। ਜਿਹੜੇ ਪ੍ਰਮਾਤਮਾ ਦੇ ਨਾਮ ਦਾ ਮੁੱਲ ਕਰਦੇ ਆ ਨਾ, ਅੱਗੇ ਜਾ ਕੇ ਵਪਾਰ ਕਰਦੇ ਆ, ਉਹ ਵਪਾਰੀ ਵੀ ਅਮੁੱਲ ਹਨ।
ਤੇ ਫਿਰ ਸਤਿਗੁਰਾਂ ਨੂੰ ਪੁੱਛੀਏ ਇਹ ਜਿਹੜਾ ਗੁਣਾਂ ਦਾ ਖਜ਼ਾਨਾ ਹੈ ਇਹ ਖਤਮ ਹੋ ਜਾਵੇਗਾ ਕਿ ਜਾਂ ਇਹ ਹਮੇਸ਼ਾ ਹੀ ਭਰਿਆ ਰਹੇਗਾ। ਸਤਿਗੁਰੂ ਕਹਿੰਦੇ ਅਮੁੱਲ ਵਪਾਰੀਏ ਅਮੁੱਲ ਭੰਡਾਰ। ਇਹ ਜਿਹੜਾ ਭੰਡਾਰਾ ਹੈ ਨਾ ਗੁਣਾਂ ਦਾ, ਪ੍ਰਮਾਤਮਾ ਦੇ ਨਾਮ ਦੇ ਗੁਣਾਂ ਦਾ ਜਿਹੜਾ ਭੰਡਾਰਾ ਹੈ ਇਹ ਵੀ ਅਮੁੱਲ ਹੈ, ਇਹ ਖਤਮ ਹੋਣ ਵਾਲਾ ਨਹੀਂ ਹੈ। ਅਮੁੱਲ ਦੇ ਅਰਥ ਇੱਥੇ ਆਪਾਂ ਸਾਧ ਸੰਗਤ ਧਨ ਵੀ ਕਰ ਸਕਦੇ ਹਾਂ, ਵੀ ਵਡਭਾਗੇ ਜਿਹਨੂੰ ਕਹਿ ਦਿੰਦੇ ਹਾਂ ਆਪਾਂ ਕਿ ਧਨ ਹਨ ਪ੍ਰਮਾਤਮਾ ਤੇਰੇ ਗੁਣ, ਧਨ ਹਨ ਤੇ ਧਨ ਹੈ ਤੇਰਾ ਵਪਾਰ, ਤੇਰੇ ਵਪਾਰ ਕਰਨ ਵਾਲੇ ਵੀ ਧਨ ਹਨ, ਤੇ ਧਨ ਹੈ ਤੇਰਾ ਭੰਡਾਰ ਜਿਸ ਜਗ੍ਹਾ ਦੇ ਉੱਤੇ ਨਾਮ ਦੇ ਜਿਹੜੇ ਆ ਭੰਡਾਰੇ ਭਰੇ ਪਏ ਆ, ਜਿਸ ਜਗ੍ਹਾ ਦੇ ਉੱਤੇ ਨਾਮ ਦੇ ਗੁਣ ਸ਼ਮਲਿਤ ਹੋਏ ਪਏ ਆ। ਸੋ ਦੋ ਪੰਕਤੀਆਂ ਫਿਰ ਆਪਾਂ ਵਿਚਾਰ ਕਰਕੇ ਅੱਗੇ ਚੱਲੀਏ ਕਿ ਪ੍ਰਮਾਤਮਾ ਦੇ ਗੁਣ ਅਮੁੱਲ ਹਨ, ਉਹਨਾਂ ਦੇ ਗੁਣਾਂ ਦਾ ਵੀ ਕੋਈ ਮੁੱਲ ਨਹੀਂ ਹੈ, ਪ੍ਰਮਾਤਮਾ ਦੇ ਗੁਣਾਂ ਦਾ ਵਪਾਰ ਦਾ ਵੀ ਕੋਈ ਮੁੱਲ ਨਹੀਂ ਹੈ, ਫਿਰ ਵਪਾਰ ਕਰਨ ਵਾਲਿਆਂ ਦਾ ਵੀ ਮੁੱਲ ਨਹੀਂ ਹੈ, ਫਿਰ ਜਿਸ ਭੰਡਾਰੇ ਦੇ ਵਿੱਚੋਂ ਇਹ ਗੁਣ ਨਿਕਲਦੇ ਆ ਉਸ ਭੰਡਾਰੇ ਦਾ ਵੀ ਕੋਈ ਮੁੱਲ ਨਹੀਂ ਹੈ। ਅਮੁੱਲ ਆਵਹਿ ਅਮੁੱਲ ਲੈ ਜਾਹਿ, ਅਮੁੱਲ ਆਵਹਿ ਅਮੁੱਲ ਲੈ ਜਾਹਿ। ਅਮੁੱਲ ਹਨ ਉਹ ਮਨੁੱਖ ਜਿਹੜੇ ਇਸ ਸੰਸਾਰ ਦੇ ਉੱਤੇ ਆਉਂਦੇ ਆ ਪਰਮਾਤਮਾ ਦੇ ਨਾਮ ਦਾ ਵਪਾਰ ਕਰਨ ਵਾਸਤੇ। ਅਮੁੱਲ ਆਵੇ ਅਮੁੱਲ ਲੈ ਜਾਏ। ਤੇ ਫਿਰ ਇਸ ਸੰਸਾਰ ਦੇ ਉੱਤੇ ਗੁਣਾਂ ਦਾ ਜਿਹੜਾ ਹੈ ਸਿਫਤ ਸਲਾਹ ਕਰਕੇ ਪ੍ਰਮਾਤਮਾ ਦੀ ਗੁਣਾਂ ਨੂੰ ਵਿਹਾਜ ਕੇ ਆਪਣੇ ਜੀਵਨ 'ਚ ਗੁਣ ਧਾਰਨ ਕਰਕੇ ਉਹਨਾਂ ਦਾ ਵਪਾਰ ਕਰਕੇ ਜਾਂਦੇ ਆ, ਉਹ ਮਨੁੱਖ ਵੀ ਇਸ ਸੰਸਾਰ ਦੇ ਉੱਤੇ ਧਨ ਹਨ। ਅਮੁੱਲ ਵਪਾਰੀਏ ਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ। ਉਹ ਅਮੁੱਲ ਹਨ ਜਿਹੜੇ ਆਉਂਦੇ ਹਨ ਤੇਰੇ ਕੋਲ ਇਸ ਸੰਸਾਰ ਦੇ ਉੱਤੇ, ਜਿਹੜੇ ਗੁਣਾਂ ਦੀ ਸਾਂਝ ਪਾਉਣ ਵਾਸਤੇ ਆਉਂਦੇ ਆ, ਜਿਹੜੇ ਇਸ ਜਗ੍ਹਾ ਦੇ ਉੱਤੇ ਨਾਮ ਜਪਣ ਲਈ ਆਉਂਦੇ ਆ, ਉਹ ਵੀ ਅਮੁੱਲ ਹਨ, ਉਹਨਾਂ ਦਾ ਵੀ ਕੋਈ ਮੁੱਲ ਨਹੀਂ ਹੈ ਵਾਹਿਗੁਰੂ ਜੀ। ਤੇ ਜਿਹੜੇ ਇਸ ਜਗ੍ਹਾ ਦੇ ਉੱਤੋਂ ਨਾਮ ਦਾ ਸਿਮਰਨ ਦਾ ਫਲ ਪ੍ਰਾਪਤ ਕਰਕੇ ਨਾਮ ਜਪ ਕੇ ਸਿਮਰਨ ਕਰਕੇ ਬੰਦਗੀ ਕਰਕੇ ਸੰਸਾਰ ਤੋਂ ਜਾਂਦੇ ਆ, ਉਹਨਾਂ ਦਾ ਵੀ ਕੋਈ ਮੁੱਲ ਨਹੀਂ ਹੈ। ਅਮੁੱਲ ਆਵਹਿ ਅਮੁੱਲ ਲੈ ਜਾਹੇ। ਅਮੁੱਲ ਭਾਏ ਅਮੁੱਲਾ ਸਮਾਹੇ। ਵਾਹਿਗੁਰੂ ਜੀ, ਭਾਏ ਦਾ ਅਰਥ ਹੁੰਦਾ ਹੈ ਇੱਥੇ ਆਪਾਂ ਉਸ ਦਿਨ ਦੋ ਸ਼ਬਦਾਂ ਦੀ ਗੱਲ ਕੀਤੀ, ਭਾਉ ਤੇ ਭਉ। ਇੱਥੇ ਭਾਏ ਸ਼ਬਦ ਆਇਆ, ਇਹਦਾ ਅਰਥ ਹੀ ਹੁੰਦਾ ਹੈ ਪ੍ਰੇਮ, ਕਿ ਪਰਮਾਤਮਾ ਤੇਰੇ ਪਿਆਰ ਦਾ ਵੀ ਕੋਈ ਮੁੱਲ ਨਹੀਂ, ਕਿ ਤੂੰ ਜੀਵਾਂ ਨੂੰ ਕਿੰਨਾ ਪਿਆਰ ਕਰ ਰਿਹਾ, ਤੂੰ ਸਭਨਾਂ ਦੀ ਪ੍ਰਤਪਾਲਣਾ ਕਰਦਾ ਪਿਆਰ ਦੇ ਨਾਲ, ਜੀਵਾਂ ਨੂੰ ਸਾਜਦਾ ਹੈ, ਫਿਰ ਉਹਨਾਂ ਨੂੰ ਰਿਜ਼ਕ ਦੇਣਾ ਹੈ, ਫਿਰ ਉਹਨਾਂ ਦੀ ਲੈਤਾ ਕਰ ਦਿੰਦਾ ਹੈ, ਇਹ ਸਾਰਾ ਕੁਛ ਤੂੰ ਪਿਆਰ ਦੇ ਨਾਲ ਕਰ ਰਿਹਾ, ਤੇ ਤੇਰੇ ਪਿਆਰ ਦਾ ਵੀ ਕੋਈ ਮੁੱਲ ਨਹੀਂ ਹੈ, ਕੋਈ ਮੁੱਲ ਨਹੀਂ ਪਾ ਸਕਦਾ ਤੇਰੇ ਪਿਆਰ ਦਾ। ਤੇ ਜਾਂ ਕਹਿ ਲਓ ਕਿ ਵਾਹਿਗੁਰੂ ਜੀ ਤੇਰੇ ਜਿਹੜੇ ਜਨ ਹਨ ਜਿਨ੍ਹਾਂ ਦੀ ਉੱਪਰ ਗੱਲ ਹੋਈ ਹੈ, ਜੋ ਆਉਂਦੇ ਆ ਤੇ ਪ੍ਰਮਾਤਮਾ ਦਾ ਨਾਮ ਲੈ ਕੇ ਜਾਂਦੇ ਆ, ਉਹ ਤੇਰੇ ਨਾਲ ਕਿੰਨਾ ਪਿਆਰ ਕਰਦੇ, ਉਸ ਪਿਆਰ ਦਾ ਵੀ ਕੋਈ ਮੁੱਲ ਨਹੀਂ ਆ। ਜਿਹੜੇ ਜਨ ਗੁਣਾਂ ਨੂੰ ਵਿਹਾਂਜਦੇ ਆ, ਗੁਣਾਂ ਨੂੰ ਕਮਾਉਂਦੇ ਆ, ਉਹ ਤੇਰੇ ਨਾਲ ਕਿੰਨਾ ਪਿਆਰ ਕਰਦੇ ਆ, ਕਿੰਨੇ ਤੈਨੂੰ ਜਪਦੇ ਆ, ਉਸ ਪਿਆਰ ਦਾ ਵੀ ਕੋਈ ਮੁੱਲ ਨਹੀਂ। ਅਮੁੱਲਾ ਸਮਾਹੇ। ਤੇ ਅਮੁੱਲ ਹਨ ਜਿਹੜੇ ਤੇਰੇ ਨਾਲ ਪਿਆਰ ਕਰਕੇ ਤੇ ਤੇਰੇ ਵਿੱਚ ਹੀ ਲੀਨ ਹੋਈ ਜਾ ਰਹੇ ਆ, ਉਹਨਾਂ ਦਾ ਵੀ ਕੋਈ ਮੁੱਲ ਨਹੀਂ ਜਿਹੜੇ ਤੇਰੇ ਵਿੱਚ ਲੀਨ ਹੋਈ ਜਾ ਰਹੇ ਆ, ਭਾਵ ਤੈਨੂੰ ਸਿਮਰ ਕੇ ਤੈਨੂੰ ਜਪ ਕੇ ਤੇਰੇ ਵਿੱਚ ਹੀ ਲੀਨਤਾ ਪ੍ਰਾਪਤ ਕਰੀ ਜਾਂਦੇ ਆ, ਉਹਨਾਂ ਦਾ ਵੀ ਕੋਈ ਮੁੱਲ ਨਹੀਂ ਆ। ਅਮੁੱਲਾ ਸਮਾਹੇ, ਜਿਹੜੇ ਤੇਰੇ ਚ ਸਮਾ ਰਹੇ ਆ। ਅਮੁੱਲ ਧਰਮ ਅਮੁੱਲ ਦੀਬਾਨ। ਵਾਹਿਗੁਰੂ ਜੀ, ਆਪ ਜੀ ਦਾ ਜਿਹੜਾ ਈਸ਼ਵਰੀ ਕਾਨੂੰਨ ਹੈ ਨਾ, ਆਪ ਜੀ ਦਾ ਜਿਹੜਾ ਧਰਮ ਹੈ ਉਹ ਵੀ ਅਮੁੱਲ ਹੈ, ਜਾਂ ਕਹਿ ਲਓ ਕਿ ਆਪ ਜੀ ਦਾ ਜਿਹੜਾ ਬਣਾਇਆ ਹੋਇਆ ਧਰਮ ਰਾਜ ਹੈ ਨਾ, ਉਹ ਵੀ ਅਮੁੱਲ ਹੈ, ਉਹਦਾ ਵੀ ਕੋਈ ਮੁੱਲ ਨਹੀਂ। ਅਮੁੱਲ ਧਰਮ ਅਮੁੱਲ ਦੀਬਾਨ। ਦੀਬਾਨ ਜਿਹੜਾ ਤੇਰਾ ਦਰਬਾਰ ਹੈ, ਜਿਸ ਜਗ੍ਹਾ ਦੇ ਉੱਤੇ ਬੈਠ ਕੇ ਇਹ ਧਰਮ ਰਾਜਾ ਦੂਸਰਿਆਂ ਦੇ ਸੰਸਾਰ ਦੇ ਲੋਕਾਂ ਦੇ ਚੰਗੇ ਮੰਦੇ ਕਰਮਾਂ ਦੀ ਗੱਲ ਕਰਦਾ ਹੈ, ਉਸ ਕਚਹਿਰੀ ਦਾ ਵੀ ਕੋਈ ਮੁੱਲ ਨਹੀਂ ਹੈ, ਉਸ ਦੀਵਾਨ ਦਾ ਵੀ ਕੋਈ ਮੁੱਲ ਨਹੀਂ ਹੈ, ਤੇ ਉਸ ਧਰਮ ਰਾਜੇ ਦਾ ਵੀ ਕੋਈ ਮੁੱਲ ਨਹੀਂ ਹੈ। ਇਹ ਵੀ ਇਹਦੇ ਅਰਥ ਬਣਦੇ ਆ। ਅਮੁੱਲ ਧਰਮ ਅਮੁੱਲ ਦੀਵਾਨ। ਵਾਹਿਗੁਰੂ ਜੀ, ਤੂੰ ਸੰਸਾਰ ਪੈਦਾ ਕੀਤਾ ਹੋਇਆ ਹੈ ਤੇ ਇਸ ਸੰਸਾਰ ਨੂੰ ਤੂੰ ਚਲਾ ਰਿਹਾ ਹੈ ਇੱਕ ਰੱਬੀ ਕਾਨੂੰਨ ਦੇ ਵਿੱਚ। ਉਸ ਧਰਮ ਦਾ ਜਿਹੜਾ ਹੈ, ਉਸ ਕਾਨੂੰਨ ਦਾ ਜਿਹੜਾ ਹੈ, ਉਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਉਹ ਵੀ ਅਮੁੱਲ ਹੈ। ਤੇ ਅਮੁੱਲ ਦੀਵਾਨ, ਤੇ ਤੂੰ ਜਿਹੜਾ
इस संसार दे कण कण दे विच अपनी सच्ची कचहरी ला के अपना दरबार ला के बैठा है, ਉਹਦਾ भी कोई मुल नहीं है। अमुल तुल अमुल परवान। तुल ਦਾ अर्थ ਹੁੰਦਾ है साध संगत तकड़ी ते परवान ਦਾ अर्थ ਹੁੰਦਾ है ਵੱਟੇ। ਵਾਹਿਗੁਰੂ ਜੀ ਜਿਹੜਾ ਤੇਰੀ ਤੱਕੜੀ ਹੈ ਨਾ, ਜਿਹਦੇ ਵਿੱਚ ਤੂੰ ਸੰਸਾਰ ਦੇ ਲੋਕਾਂ ਦੇ ਚੰਗੇ ਮੰਦੇ ਕਰਮਾਂ ਨੂੰ ਜੋਖਦਾ ਹੈ, ਉਹ ਵੀ ਅਮੁੱਲ ਹੈ। ਉਹ ਤੱਕੜੀ ਦਾ ਵੀ ਕੋਈ ਮੁੱਲ ਨਹੀਂ ਜਿਹਦੇ ਵਿੱਚ ਸਾਡੇ ਚੰਗੇ ਮੰਦੇ ਕਰਮ ਤੋਲੇ ਜਾਂਦੇ ਆ। ਭਾਵੇਂ ਕਿ ਵੱਖ-ਵੱਖ ਧਰਮਾਂ ਵਾਲਿਆਂ ਨੇ ਇਹ ਗੱਲ ਕਹਿ ਦਿੱਤੀ ਕਿ ਚਿੱਤਰ ਜਾਂ ਗੁਪਤ ਨਾਂ ਦੇ ਦੋ ਕਹਿ ਦਿੱਤੇ ਜਿਹੜੇ ਸਾਡੇ ਇਹਨਾਂ ਕਰਮਾਂ ਨੂੰ ਗਿਣਦੇ ਆ, ਚੰਗੇ ਮੰਦੇ ਕਰਮਾਂ ਨੂੰ, ਤੇ ਕਈਆਂ ਨੇ ਅਜਰਾਇਲ ਫਰਿਸ਼ਤਾ ਕਹਿ ਦਿੱਤਾ ਕਿ ਜਿਹੜਾ ਸਾਡੇ ਚੰਗੇ ਮੰਦੇ ਕਰਮਾਂ ਨੂੰ ਵਾਚਦਾ। ਤੇ ਇੱਥੇ ਜਿਹੜੀ ਗੱਲ ਸਤਿਗੁਰਾਂ ਨੇ ਕਹਿ ਦਿੱਤੀ ਕਿ ਪ੍ਰਮਾਤਮਾ ਦੇ ਕੋਲ ਐਸੀ ਇੱਕ ਤੱਕੜੀ ਹੈ, ਹੁਕਮ ਰੂਪੀ ਤੱਕੜੀ, ਜਿਹੜੀ ਅਮੁੱਲ ਹੈ, ਜਿਹਦੇ ਵਿੱਚ ਮਨੁੱਖਾਂ ਦੇ ਜੀਵਾਂ ਦੇ ਕਰਮਾਂ ਨੂੰ ਤੋਲਿਆ ਜਾਂਦਾ ਹੈ ਕਿ ਇਹਨੇ ਕਿੰਨੇ ਚੰਗੇ ਕਰਮ ਕੀਤੇ ਆ ਤੇ ਕਿੰਨੇ ਮਾੜੇ ਕਰਮ ਕੀਤੇ ਆ। ਅਮੁੱਲ ਤੁਲ ਅਮੁੱਲ ਪ੍ਰਵਾਨ। ਉਹ ਤੱਕੜੀ ਵੀ ਅਮੁੱਲ ਆ, ਤੱਕੜੀ ਦਾ ਵੀ ਕੋਈ ਮੁੱਲ ਨਹੀਂ ਤੇ ਉਹਨਾਂ ਵੱਟਿਆਂ ਦਾ ਵੀ ਕੋਈ ਮੁੱਲ ਨਹੀਂ, ਜਿਹੜਿਆਂ ਵੱਟਿਆਂ ਦੇ ਨਾਲ ਵਾਹਿਗੁਰੂ ਜੀ ਆਪ ਜੀ ਸੰਸਾਰ ਦੇ ਜੀਵਾਂ ਦੇ ਚੰਗੇ ਮੰਦੇ ਕਰਮ ਜੋਖਦੇ ਹੋ। ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ। ਵਾਹਿਗੁਰੂ ਜੀ ਅਮੋਲਕ ਹਨ ਤੇਰੀਆਂ ਬਖਸ਼ਿਸ਼ ਦੀਆਂ ਦਾਤਾਂ। ਬਖਸ਼ੀਸ਼, ਵਾਹਿਗੁਰੂ ਜਿੰਨੀ ਬਖਸ਼ਿਸ਼ ਕਰਦਾ ਹੈ ਨਾ, ਉਹ ਵੀ ਅਮੁੱਲ ਹੈ, ਉਹਦੀ ਬਖਸ਼ਿਸ਼ ਦਾ ਵੀ ਕੋਈ ਮੁੱਲ ਨਹੀਂ ਹੈ। ਅਮੁੱਲ ਨਿਸ਼ਾਨ। ਨਿਸ਼ਾਨ ਹੁੰਦਾ ਹੈ ਸਾਧ ਸੰਗਤ ਜੋ ਅਕਾਲ ਪੁਰਖ ਪਰਮਾਤਮਾ ਵੱਲੋਂ ਚਿੰਨ੍ਹ ਦਿੱਤਾ ਜਾਂਦਾ ਹੈ ਨਾ। ਜਿਵੇਂ ਕਹਿ ਲਓ ਕਿਸੇ ਮਨੁੱਖ ਨੇ ਕਿਤੇ ਜਾਣਾ ਹੋਵੇ, ਜਿਵੇਂ ਆਪਾਂ ਵਿਦੇਸ਼ ਜਾਣਾ ਹੋਵੇ ਤੇ ਸਾਡੇ ਕੋਲ ਪਾਸਪੋਰਟ ਹੋਵੇ ਤੇ ਉਹਦੇ ਉੱਤੇ ਜਿਸ ਦੇਸ਼ 'ਚ ਜਾਣਾ ਉਹਦੀ ਜੇ ਮੋਹਰ ਲੱਗੀ ਹੋਵੇ ਤੇ ਸਾਨੂੰ ਕੀ ਰੋਕਦਾ ਨਹੀਂ। ਤੇ ਇਸੇ ਤਰ੍ਹਾਂ ਇਹ ਵੀ ਇੱਕ ਨਿਸ਼ਾਨ ਹੈ ਪ੍ਰਮਾਤਮਾ ਦਾ ਕਿ ਜੇ ਕਿਸੇ ਦੇ ਉੱਤੇ ਬਖਸ਼ਿਸ਼ ਕਰਦਾ ਹੈ, ਉਸ ਬਖਸ਼ਿਸ਼ ਦਾ ਵੀ ਕੋਈ ਮੁੱਲ ਨਹੀਂ। ਫਿਰ ਜਦੋਂ ਪਰਮਾਤਮਾ ਕਿਸੇ ਦੇ ਮਸਤਕ ਦੇ ਉੱਤੇ ਨਿਸ਼ਾਨ ਲਾ ਦਿੰਦਾ ਨੇ ਆਪਣੀ ਭਗਤੀ ਦਾ, ਆਪਣੇ ਨਾਮ ਦਾ, ਆਪਣੇ ਸਿਮਰਨ ਦਾ, ਫਿਰ ਉਹਨੂੰ ਕੋਈ ਕਿਸੇ ਤਰ੍ਹਾਂ ਦੀ ਰੋਕ ਨਹੀਂ ਪੈਂਦੀ। ਉਹ ਜਿਹੜਾ ਨਿਸ਼ਾਨ ਹੈ ਉਹ ਵੀ ਅਮੁੱਲ ਹੈ। ਵਾਹਿਗੁਰੂ ਜੀ ਆਪ ਜੀ ਦੀ ਬਖਸ਼ਿਸ਼ ਦਾ ਵੀ ਕੋਈ ਮੁੱਲ ਨਹੀਂ ਤੇ ਆਪ ਜੀ ਦੇ ਨਿਸ਼ਾਨ ਦਾ ਵੀ ਕੋਈ ਮੁੱਲ ਨਹੀਂ। ਜੋ ਆਪ ਜੀ ਜੀਵਾਂ ਦੇ ਮੱਥੇ ਉੱਤੇ ਨਾਮ ਰੂਪੀ ਨਿਸ਼ਾਨ ਲਾਉਂਦੇ ਹੋ, ਜਿਨ੍ਹਾਂ ਨੂੰ ਪੰਚ ਪ੍ਰਵਾਨ ਬਣਾਉਂਦੇ ਹੋ, ਜਿਨ੍ਹਾਂ ਨੂੰ ਆਪਣੇ ਬਣਾਉਂਦੇ ਹੋ, ਉਸ ਨਿਸ਼ਾਨ ਦਾ ਵੀ ਕੋਈ ਜਿਹੜਾ ਹੈ ਮੁੱਲ ਨਹੀਂ ਹੈ। ਅਮੁੱਲ ਕਰਮ ਅਮੁੱਲ ਫਰਮਾਨ। ਵਾਹਿਗੁਰੂ ਜੀ ਆਪ ਜੀ ਦਾ ਜਿਹੜਾ ਕਰਮ ਹੈ ਨਾ, ਆਪ ਜੀ ਦੀ ਰਹਿਮਤ ਹੈ ਜੀਵਾਂ ਦੇ ਉੱਤੇ, ਉਹਦਾ ਵੀ ਕੋਈ ਮੁੱਲ ਨਹੀਂ ਹੈ। ਆਪ ਜੀ ਨੇ ਕਿੰਨੀ ਬਖਸ਼ਿਸ਼, ਕਿੰਨੀ ਕਿਰਪਾ ਮਨੁੱਖਾਂ ਦੇ ਉੱਤੇ ਕੀਤੀ ਹੈ, ਉਸ ਕਿਰਪਾ ਦਾ ਵੀ ਕੋਈ ਮੁੱਲ ਨਹੀਂ। ਹਰ ਜੀਵ ਦੇ ਉੱਤੇ ਆਪ ਜੀ ਨੇ ਕਿਰਪਾ ਕੀਤੀ ਹੈ, ਹਰ ਚੰਗੇ ਨੂੰ, ਹਰ ਮੰਦੇ ਨੂੰ ਆਪ ਜੀ ਬਖਸ਼ਿਸ਼ਾਂ ਦੇ ਰਹੇ ਹੋ, ਕਿਰਪਾ ਕਰ ਰਹੇ ਹੋ। ਅਮੁੱਲ ਕਰਮ ਅਮੁੱਲ ਫਰਮਾਨ। ਵਾਹਿਗੁਰੂ ਆਪ ਜੀ ਦਾ ਹੁਕਮ ਜਿਹੜਾ ਹੈ ਨਾ, ਜੋ ਸੰਸਾਰ ਦੇ ਵਿੱਚ ਆਪ ਜੀ ਦਾ ਹੁਕਮ ਚੱਲ ਰਿਹਾ ਹੈ, ਜੋ ਜੀਵਾਂ ਨੂੰ ਸਾਜ ਰਿਹਾ ਹੈ, ਖਤਮ ਕਰ ਰਿਹਾ, ਜੀਵਾਂ ਨੂੰ ਰੋਜੀ ਰੋਟੀ ਦੇ ਰਿਹਾ, ਉਸ ਫਰਮਾਨ ਦਾ ਵੀ ਕੋਈ ਜਿਹੜਾ ਹੈ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਉਹ ਫਰਮਾਨ ਵੀ ਅਮੁੱਲ ਹੈ। ਅਮੁੱਲੋ ਮੁੱਲ ਅਮੁੱਲ ਆਖਿਆ ਨਾ ਜਾਏ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਆ ਕਿ ਅਮੁੱਲੋ ਅਮੁੱਲ ਆਖਿਆ ਨਾ ਜਾਏ। ਉਹ ਵਾਹਿਗੁਰੂ ਜਿਹੜਾ ਅਕਾਲ ਪੁਰਖ ਹੈ, ਜਿਹਦੇ ਉੱਪਰਲੇ ਸਾਰੇ ਗੁਣ ਦੱਸੇ ਹੋਏ ਆ, ਉਹ ਆਪ ਵੀ ਅਮੁੱਲ ਹੈ। ਉਹਦਾ ਕੋਈ ਅਮੁੱਲੋ ਮੁੱਲ ਆਖਿਆ ਨਾ ਜਾਏ। ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਉਹ ਅੰਦਾਜ਼ੇ ਤੋਂ ਪਰਾਂ ਹੈ। ਮੈਂ ਗੱਲ ਕਹੀ ਸੀ ਕਿ ਦੇਖੋ ਸਤਿਗੁਰੂ ਗੁਰੂ ਨਾਨਕ ਸਾਹਿਬ ਸਾਰਾ ਕੁਝ ਕਹਿਣ ਤੋਂ ਬਾਅਦ ਇਹ ਕਹਿ ਰਹੇ ਕਿ ਵਾਹਿਗੁਰੂ ਮੈਨੂੰ ਕੁਛ ਨਹੀਂ ਪਤਾ। ਹੁਣ ਇਹੋ ਗੱਲ ਸਤਿਗੁਰੂ ਇੱਥੇ ਕਹਿ ਰਹੇ, ਅਮੁੱਲ ਅਮੁੱਲ ਕਹਿ ਕੇ ਵੀ ਹੁਣ ਕਹਿ ਦਿੱਤਾ ਕਿ ਮੈਂ ਅਮੁੱਲ ਕਹਿ ਕੇ ਵੀ ਇਹ ਕਹਿਣਾ ਕਿ ਤੂੰ ਅਮੁੱਲ ਤੋਂ ਪਤਾ ਨਹੀਂ, ਪਰਮਾਤਮਾ ਤੇਰਾ ਅਮੁੱਲ ਦੇ ਨਾਲ ਵੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਕਿੰਨੀ ਵੱਡੀ ਗੱਲ ਹੈ। ਅਮੁੱਲੋ ਅਮੁੱਲ ਆਖਿਆ ਨਾ ਜਾਏ। ਵਾਹਿਗੁਰੂ ਤੇਰੇ ਬਾਰੇ ਕੀ ਕਵਾਂ, ਆਖਿਆ ਹੀ ਨਹੀਂ ਜਾਂਦਾ। ਆਖ ਆਖ ਰਹੇ ਲਿਵ ਲਾਏ। ਤੇ ਜਿਹੜੇ ਆਖਦੇ ਆ ਤੇ ਉਹ ਇੰਨਾ ਅਸਚਰਜ ਚ ਚਲੇ ਜਾਂਦੇ ਆ ਕਿ ਉਹ ਤੇਰੇ ਵਿੱਚ ਹੀ ਸਮਾ ਜਾਂਦੇ ਆ, ਉਹ ਤੇਰੇ ਨਾਲ ਹੀ ਉਹਨਾਂ ਦੀ ਲਿਵ ਲੱਗ ਜਾਂਦੀ ਹੈ। ਜਿਹੜੇ
ਜਗਿਆਸੂ ਜਾਣਨਾ ਚਾਹੁੰਦੇ ਆ ਕਿ ਵਾਹਿਗੁਰੂ ਤੇਰਾ ਮੁੱਲ ਪਾ ਲਈਏ, ਤੈਨੂੰ ਆਖੀਏ। ਜਿਹੜੇ ਆਖਦੇ ਆ ਅਮੁੱਲ ਅਮੁੱਲ ਆਖਦੇ ਆ, ਉਹ ਵੀ ਤੇਰੇ ਵਿੱਚ ਹੀ ਭੇਦ ਹੋਈ ਜਾਂਦੇ ਆ। ਆਖ ਆਖ ਰਹੇ ਲਿਵ ਲਾਏ, ਉਹਨਾਂ ਦੀ ਲਿਵ ਤੇਰੇ ਵਿੱਚ ਸਦਾ ਲਈ ਜੁੜ ਜਾਂਦੀ ਹੈ। ਆਖੇ ਵੇਦ ਪਾਠ ਪੁਰਾਣ। ਹੁਣ ਸਤਿਗੁਰਾਂ ਨੂੰ ਪੁੱਛੀਏ ਕਿ ਸਤਿਗੁਰੂ ਕੌਣ ਕੌਣ ਜਿਹੜਾ ਹੈ ਉਹ ਆਪ ਜੀ ਨੂੰ ਜਪ ਰਿਹਾ ਹੈ, ਕਿਹੜਾ ਕਿਹੜਾ ਹੈ ਮਨੁੱਖ ਜਿਹੜਾ ਆਪ ਜੀ ਨੂੰ ਜਪ ਰਿਹਾ, ਕੌਣ ਕੌਣ ਜਪ ਰਿਹਾ। ਤੇ ਹੁਣ ਸਤਿਗੁਰੂ ਬਖਸ਼ਿਸ਼ ਕਰਦੇ ਆ, ਆਖੇ ਵੇਦ ਪਾਠ ਪੁਰਾਣ। ਆਖਦੇ ਹਨ ਵੇਦ, ਵੇਦਾਂ ਦੇ ਪਾਠ ਕਰਨ ਵਾਲੇ, ਜਿਹੜੇ 4 ਵੇਦ ਰਚੇ ਹਨ। 4 ਵੇਦਾਂ ਨੂੰ ਜਿਹੜਾ ਪੜ੍ਹਨ ਵਾਲੇ, 4 ਵੇਦਾਂ ਦਾ ਪਠਨ ਕਰਨ ਵਾਲੇ, ਪਾਠ ਕਰਨ ਵਾਲੇ, ਉਹ ਵੀ ਤੈਨੂੰ ਆਖ ਰਹੇ ਆ। ਆਖੇ ਵੇਦ ਪਾਠ ਪੁਰਾਣ। ਤੇ ਜਿਹੜੇ ਪੁਰਾਣਾਂ ਦਾ ਪਾਠ ਕਰਨ ਵਾਲੇ ਆ, ਉਹ ਵੀ ਤੈਨੂੰ ਆਖ ਰਹੇ ਆ। ਕਹਿਣ ਤੋਂ ਭਾਵ ਕਿ 4 ਜਿਹੜੇ ਵੇਦ ਕਥਨ ਜਿਨ੍ਹਾਂ ਨੇ ਕੀਤੇ ਆ, ਉਹ ਵੀ ਤੈਨੂੰ ਆਖਦੇ ਆ। ਤੇ ਜਿਹੜੇ 18 ਪੁਰਾਣਾਂ ਵਾਲੇ ਆ, ਉਹ ਵੀ ਤੈਨੂੰ ਹੀ ਆਖਦੇ ਪਏ ਆ। ਵਾਹਿਗੁਰੂ ਤੂੰ ਇੰਨਾ ਬੇਅੰਤ ਹੈ। ਆਖੇ ਪੜ੍ਹੇ ਕਰਹਿ ਵਖਿਆਨ। ਆਖਦੇ ਹਨ, ਪੜ੍ਹਦੇ ਹਨ, ਆਖੇ ਪੜ੍ਹੇ। ਤੈਨੂੰ ਜਾਣਨ ਦੇ ਲਈ ਵਾਹਿਗੁਰੂ ਜੀ ਜਿਹੜੇ ਪੜ੍ਹੇ ਹੋਏ ਵਿਦਵਾਨ ਬੰਦੇ ਹਨ, ਉਹ ਵੀ ਤੈਨੂੰ ਆਖ ਰਹੇ ਆ। ਤੇਰੀ ਲਾਇਤਾ ਪਾਉਣ ਵਾਸਤੇ ਤੈਨੂੰ ਅਮੁੱਲ ਉਹ ਵੀ ਕਹਿ ਰਹੇ ਆ। ਆਖੇ ਪੜ੍ਹੇ ਕਰਹਿ ਵਖਿਆਨ। ਵਖਿਆਨ ਕਰਦੇ ਦੂਸਰਿਆਂ ਦੇ ਵਿੱਚ ਭਾਸ਼ਣ ਦਿੰਦੇ ਆ ਕਿ ਪ੍ਰਮਾਤਮਾ ਐਸਾ ਹੈ, ਪ੍ਰਮਾਤਮਾ ਐਸਾ ਹੈ, ਉਹ ਵੀ ਤੈਨੂੰ ਜਿਹੜਾ ਆ ਆਖ ਰਹੇ ਆ। ਆਖੇ ਪੜ੍ਹੇ ਕਰਹਿ ਵਖਿਆਨ। ਵਖਿਆਨ ਕਹਿ ਕਹਿ ਕੇ ਸੁਣਾਉਂਦੇ ਆ। ਹੁਣ ਆਪਾਂ ਵੀ ਤੇ ਦੇਖੋ ਉਸ ਅਕਾਲ ਪੁਰਖ ਦੇ ਗੁਣਾਂ ਦਾ ਵਖਿਆਨ ਹੀ ਕਰ ਰਹੇ ਆ ਨਾ, ਕਿ ਉਹਦੇ ਵਿੱਚ ਕਿੰਨੇ ਗੁਣ ਹਨ ਤੇ ਕੀ ਅੰਤ ਪਾਇਆ ਜਾ ਸਕਦਾ, ਨਹੀਂ ਪਾਇਆ ਜਾ ਸਕਦਾ। ਆਖੇ ਪੜ੍ਹੇ ਕਰੇ ਵਖਿਆਨ। ਪੜ੍ਹੇ ਹੋਏ ਲੋਕ ਵੀ ਤੈਨੂੰ ਆਖ ਰਹੇ ਆ ਤੇ ਕਹਿ ਕਹਿ ਕੇ ਤੇਰਾ ਵਖਿਆਨ ਕਰ ਰਹੇ ਆ। ਆਖੇ ਬਰਮੇ ਆਖੇ ਇੰਦ। ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ ਕਿ ਪਤਾ ਨਹੀਂ ਕਿੰਨੇ ਕ ਬ੍ਰਹਮੇ ਤੈਨੂੰ ਕਹਿ ਰਹੇ ਆ। ਹੁਣ ਇੱਥੇ ਸਤਿਗੁਰਾਂ ਨੇ ਉਹ ਭਰਮ ਮਿਟਾਇਆ ਹੈ, ਕਿਉਂਕਿ ਸੰਸਾਰ ਦੇ ਲੋਕ ਇਹਨਾਂ ਦੇਵੀ ਦੇਵਤਿਆਂ ਨੂੰ ਰੱਬ ਮੰਨ ਕੇ ਉਹਨਾਂ ਦਾ ਪੂਜਨ ਕਰਨ ਲੱਗ ਪਏ। ਤੇ ਸਤਿਗੁਰਾਂ ਨੇ ਭਰਮ ਮਿਟਾ ਦਿੱਤਾ ਕਿ ਬਰਮੇ ਵਰਗੇ, ਇੰਦਰ ਵਰਗੇ ਵੀ ਇਸ ਅਕਾਲ ਪੁਰਖ ਨੂੰ ਜਪ ਰਹੇ ਆ, ਉਹਨੂੰ ਹੀ ਆਖ ਰਹੇ ਆ, ਉਹਦੀ ਹੀ ਸਿਫਤ ਸਲਾਹ ਕਰ ਰਹੇ ਆ। ਤੇ ਇੱਥੇ ਬਰਮੇ ਸ਼ਬਦ ਆਇਆ, ਕੋਈ ਇੱਕ ਬਰਮਾ ਨਹੀਂ, ਪਤਾ ਨਹੀਂ ਕਿੰਨੇ ਕੁ ਬਰਮੇ ਜਿਹੜੇ ਆ ਪਰਮਾਤਮਾ ਜੀ ਆਪ ਜੀ ਦਾ ਜ਼ਿਕਰ ਕਰ ਰਹੇ ਆ, ਆਪ ਜੀ ਨੂੰ ਯਾਦ ਕਰ ਰਹੇ ਆ। ਤੇ ਪਤਾ ਨਹੀਂ ਕਿੰਨੇ ਕੁ ਇੰਦਰ ਦੇਵਤੇ ਵਰਗੇ ਆਪ ਜੀ ਨੂੰ ਯਾਦ ਕਰ ਰਹੇ। ਇੱਥੇ ਕਿਸੇ ਇੱਕ ਬਰਮੇ ਦੀ ਗੱਲ ਨਹੀਂ, ਕਿਸੇ ਇੱਕ ਇੰਦਰ ਦੀ ਨਹੀਂ, ਪਤਾ ਨਹੀਂ ਕਿੰਨੇ ਕੁ ਲੱਖਾਂ ਕਰੋੜਾਂ, ਜਿਨ੍ਹਾਂ ਦਾ ਕੋਈ ਮੁੱਲ ਨਹੀਂ, ਜਿਨ੍ਹਾਂ ਦਾ ਕੋਈ ਥਾਂ ਨਹੀਂ ਹੈ, ਇੰਨੇ ਬ੍ਰਹਮੇ ਜਿਹੜੇ ਆ ਪ੍ਰਮਾਤਮਾ ਜੀ ਆਪ ਜੀ ਨੂੰ ਗਾ ਰਹੇ ਆ, ਆਪ ਜੀ ਨੂੰ ਕਹਿ ਰਹੇ ਆ। ਆਖੇ ਬਰਮੇ ਆਖੇ ਇੰਦ। ਇਹੀ ਗੱਲ ਸਤਿਗੁਰੂ ਅੱਗੇ ਜਾ ਕੇ ਕਹਿਣਗੇ ਜਦੋਂ ਗਿਆਨ ਖੰਡ ਦੀ ਗੱਲ ਸ਼ੁਰੂ ਹੋਏਗੀ। ਉੱਥੇ ਜਾ ਕੇ ਵੀ ਸਤਿਗੁਰੂ ਜੀ ਇਹੀ ਬਖਸ਼ਿਸ਼ ਕਰਨਗੇ ਕਿ ਕੀਤੇ ਬਰਮੇ ਘਾੜ ਤੇ ਘੜੀਏ ਰੂਪ ਰੰਗ ਕੇ ਵੇਸ। ਤੇ ਪਤਾ ਨਹੀਂ ਕਿੰਨੇ ਕੁ ਬਰਮਿਆਂ ਦੀ ਘਾੜ ਤੇ ਘੜੀ ਜਾ ਰਹੀ ਹੈ। ਸੋ ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਪਤਾ ਨਹੀਂ ਕਿੰਨੇ ਕੁ ਬਰਮੇ ਵਾਹਿਗੁਰੂ ਜੀ ਆਪ ਜੀ ਨੂੰ ਕਹਿ ਰਹੇ ਆ, ਧਿਆ ਰਹੇ ਆ, ਪਤਾ ਨਹੀਂ ਕਿੰਨੇ ਕੁ ਇੰਦਰ ਧਿਆ ਰਹੇ ਆ। ਅੱਖ ਹੈ ਗੋਪੀ ਤੈ ਗੋਵਿੰਦ। ਤੇ ਪਤਾ ਨਹੀਂ ਕਿੰਨੇ ਕੁ ਗੋਪੀ, ਜਿਹੜੀਆਂ ਗੋਪੀਆਂ ਹਨ, ਤੇ ਕਿੰਨੇ ਕੁ ਗੋਬਿੰਦ ਤੋਂ ਭਾਵ ਜਿਹੜੇ ਕ੍ਰਿਸ਼ਨ ਹਨ, ਆਪ ਜੀ ਨੂੰ ਯਾਦ ਕਰ ਰਹੇ। ਭਾਵ ਇਹ ਰਾਸ ਲੀਲਾ ਪਾਉਂਦੇ ਆ, ਜਿਹੜੇ ਹੁੰਦੇ ਆ ਨਾ ਕ੍ਰਿਸ਼ਨ ਭਗਤ ਹੁੰਦੇ ਆ, ਉਹ ਰਾਸ ਲੀਲਾ ਰਚਾਉਂਦੇ ਆ, ਜਿਹਦੇ ਵਿੱਚ ਉਹ ਨੱਚ ਕੇ ਤੇ ਗੁਣਗਾਨ ਕਰਦੇ ਆ, ਕ੍ਰਿਸ਼ਨ ਦਾ ਗੁਣਗਾਨ ਕਰਦੇ ਆ, ਮਤਲਬ ਨੱਚ ਕੇ ਪ੍ਰਮਾਤਮਾ ਦੇ ਗੁਣ ਜਿਹੜੇ ਉਹ ਦੱਸਦੇ ਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਕਹਿਣਾ ਚਾਹੁੰਦੇ ਆ ਕਿ ਭਾਈ ਉਹ ਜਿਹੜੇ ਗੋਪੀਆਂ ਤੇ ਗੋਬਿੰਦ ਆ ਨਾ, ਨੱਚਦੇ ਆ ਜਿਹੜੇ, ਉਹ ਨੱਚਣ ਦੇ ਵਿੱਚ ਵੀ ਇੰਝ ਕਹਿ ਲਓ ਕਿ ਉਹ ਨੱਚਦੇ ਨੱਚਦੇ ਵੀ ਇਹੀ ਆਖ ਰਿਹਾ ਕਿ ਪ੍ਰਮਾਤਮਾ ਤੂੰ ਵੱਡਾ। ਉਹਨਾਂ ਦੇ ਨੱਚਣ ਦੇ ਵਿੱਚ ਵੀ ਇਹੋ ਗੱਲ ਹੈ ਕਿ ਉਹ ਪ੍ਰਮਾਤਮਾ ਦਾ ਹੀ ਗੁਣਗਾਨ ਕਰ ਰਹੇ। ਆਖੇ ਬਰਮੈ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ। ਆਖਦੇ ਹਨ ਗੋਪੀਆਂ ਤੇ ਗੋਬਿੰਦ ਜਿਹੜੇ ਆ, ਉਹ ਵੀ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਹੀ ਕਹਿ ਰਹੇ ਆ। ਆਖੇ ਕੇਤੇ ਆਖੇ ਈਸਰ ਆਖੇ ਸਿੱਧ। ਈਸਰ ਭਾਵ ਸ਼ਿਵ ਵਰਗੇ ਵੀ ਤੈਨੂੰ ਪ੍ਰਮਾਤਮਾ ਆਖ ਰਹੇ ਆ। ਕੋਈ ਇੱਕ ਸ਼ਿਵ ਨਹੀਂ, ਪਤਾ ਨਹੀਂ ਕਿੰਨੇ ਕੁ ਸ਼ਿਵ।
ਆਖੈ ਹੈ ਈਸਰ ਆਖੈ ਹੈ ਸਿੱਧ। ਸਿੱਧ ਲੋਕ ਜਿਹੜੇ ਆ ਉਹ ਵੀ ਪ੍ਰਮਾਤਮਾ ਤੇਰਾ ਹੀ ਗੁਣਗਾਨ ਕਰ ਰਹੇ ਆ, ਕਿਉਂਕਿ ਉਹ ਅਮੁੱਲ ਹੈ। ਉਹਦੇ ਬੜੇ ਸੰਸਾਰ ਦੇ ਸਾਰੇ ਜੀਵ ਹੀ ਉਹਦੇ ਅੱਗੇ ਝੁਕਾ ਦਿੱਤੇ। ਦੇਖੋ ਇਸ ਪੌੜੀ ਚ ਸਤਿਗੁਰਾਂ ਨੇ ਆਖੈ ਹੈ ਈਸਰ ਆਖੈ ਹੈ ਸਿੱਧ, ਆਖੈ ਹੈ ਕੀਤੇ ਕੀਤੇ ਬੁੱਧ। ਪਤਾ ਨਹੀਂ ਕਿੰਨੇ ਕੁ ਬੁੱਧ ਵਰਗੇ, ਮਹਾਤਮਾ ਬੁੱਧ ਵਰਗੇ ਮਹਾਪੁਰਸ਼ ਕਹਿ ਲਓ, ਜਾਂ ਜਿਹੜੇ ਬੁੱਧੀਮਾਨ ਲੋਕ ਹੈ ਉਹ ਕਹਿ ਲਓ, ਆਖੇ ਕੀਤੇ ਕੀਤੇ ਬੁੱਧ, ਪਤਾ ਨਹੀਂ ਕਿੰਨੇ ਕੁ ਪ੍ਰਮਾਤਮਾ ਤੋਂ ਬੁੱਧ ਵਰਗੇ ਬਣਾ ਦਿੱਤੇ, ਤੇ ਜਿਹੜੇ ਤੈਨੂੰ ਹੀ ਕਹਿ ਰਹੇ ਆ, ਤੇਰੀ ਹੀ ਸਿਫਤ ਸਲਾਹ ਕਰ ਰਹੇ ਆ। ਆਖੈ ਕੀਤੇ ਕੀਤੇ ਬੁੱਧ, ਆਖੈ ਦਾਨਵ ਆਖੈ ਦੇਵ। ਵਾਹਿਗੁਰੂ ਜੀ, ਜਿਹੜੇ ਦਾਨਵ ਆ, ਜਿਹੜੇ ਰਾਖਸ਼ ਆ, ਉਹ ਵੀ ਤੈਨੂੰ ਹੀ ਆਖਦੇ ਆ, ਭਾਵ ਤੈਨੂੰ ਹੀ ਯਾਦ ਕਰਦੇ ਆ, ਤੇ ਜਿਹੜੇ ਦੇਵਤੇ ਉਹ ਵੀ ਤੈਨੂੰ ਹੀ ਯਾਦ ਕਰਦੇ ਆ। ਹੁਣ ਆਪਾਂ ਕਹਾਂਗੇ ਦੇਵਤੇ ਤੇ ਯਾਦ ਕਰਦੇ ਪ੍ਰਮਾਤਮਾ ਨੂੰ, ਦਾਨਵ ਕਿਉਂ ਯਾਦ ਕਰਦੇ ਆ? ਅਸਲ ਚ ਦਾਨਵਾਂ ਨੂੰ ਜਿਹੜੀਆਂ ਦਾਨਵੀ ਸ਼ਕਤੀਆਂ ਮਿਲੀਆਂ ਉਹ ਵੀ ਤੇ ਉਸ ਅਕਾਲ ਪੁਰਖ ਤੋਂ ਮਿਲੀਆਂ। ਆਪਾਂ ਕਹਿੰਦੇ ਆ ਨਾ ਸੰਸਾਰ ਦੇ ਤੇ ਇੱਕ ਜਿਹੜਾ ਹੈ ਇੱਕ ਚੰਗੀਆਂ ਰੂਹਾਂ ਦੇਵ ਰੂਹਾਂ ਤੇ ਇੱਕ ਜਿਹੜੇ ਦਾਨਵ ਆ, ਭਾਵ ਐਸੇ ਮਨੁੱਖ ਕੇ ਸੰਸਾਰ ਤੇ ਪੈਦਾ ਕੀਤੇ ਆ ਜਿਨ੍ਹਾਂ ਦੇ ਦਾਨਵਾਂ ਵਰਗਾ ਸੁਭਾਅ ਆ। ਕੁਛ ਸੁਭਾਅ ਨੂੰ ਗੱਲ ਕਹਿੰਦੇ, ਕੁਝ ਦੇਵ ਰੂਹਾਂ ਮੰਨਦੇ ਆ, ਤੇ ਕੁਝ ਸੁਭਾਅ ਜਿਹੜੇ ਦਾਨਵ ਰੂਪੀ ਆ, ਕਈਆਂ ਦੇ ਦੇਵਤੇ ਰੂਪੀ ਸੁਭਾਅ ਆ। ਤੇ ਉਹ ਸਾਰਾ ਕੁਝ ਮੰਗਦੇ ਤੇ ਉਸ ਅਕਾਲ ਪੁਰਖ ਤੋਂ ਕੀ ਹੈ ਨਾ, ਮਾਇਆ ਜਿਹੜੀ ਰਚੀ ਹੈ ਉਹਦੇ ਵਿੱਚ ਇਹ ਜਿਹੜੇ ਦਾਨਵ ਆ ਦੇਵ ਆ, ਇਹ ਸਾਰੇ ਉਹਨੇ ਰਚੇ ਆ ਪ੍ਰਮਾਤਮਾ ਨੇ, ਤੇ ਇਹ ਵੀ ਉਹਨੂੰ ਹੀ ਯਾਦ ਕਰਦੇ ਆ। ਜਿੰਨੀਆਂ ਦਾਤਾਂ ਦੀ ਗੱਲ ਆਪਾਂ ਕਰਦੇ ਆ ਨਾ, ਜਿਹੜੀਆਂ ਦਾਤਾਂ ਪ੍ਰਮਾਤਮਾ ਜੀਵਾਂ ਨੂੰ ਦਿੰਦਾ, ਉਹ ਦਾਤਾਂ ਇਹਨਾਂ ਨੂੰ ਵੀ ਦੇਣ ਵਾਲਾ ਪ੍ਰਮਾਤਮਾ ਹੀ ਹੈ। ਜੇ ਦਾਨਵੀ ਸੁਭਾਅ ਹੈ, ਕਿਸੇ ਦਾਨਵ ਨੂੰ ਮਿਲਿਆ, ਕਿਸੇ ਰਾਖਸ਼ ਨੂੰ ਮਿਲਿਆ, ਤੇ ਉਸ ਦਾਨਵੀ ਸੁਭਾਅ, ਉਸ ਰਾਖਸ਼ੀ ਸੁਭਾਅ, ਉਹ ਜਿਹੜੀਆਂ ਦੈਵੀ ਸ਼ਕਤੀਆਂ, ਉਹ ਵੀ ਪ੍ਰਮਾਤਮਾ ਨੇ ਉਹਨੂੰ ਦਿੱਤੀਆਂ। ਜਦੋਂ ਜੀ ਕਰੇ ਖੋ ਸਕਦਾ ਹੈ, ਤੇ ਜਦੋਂ ਜੀ ਕਰੇ ਤੇ ਉਹਨੂੰ ਦੇ ਸਕਦਾ। ਇਸ ਕਰਕੇ ਦਾਨਵ ਵੀ ਉਹਨੂੰ ਯਾਦ ਕਰਦੇ ਆ, ਰਾਖਸ਼ ਵੀ ਉਹਨੂੰ ਯਾਦ ਕਰਦੇ ਆ, ਤੇ ਆਖੈ ਦੇਵ ਦੇਵਤੇ ਵੀ ਉਹਨੂੰ ਯਾਦ ਕਰਦੇ ਆ। ਆਖੈ ਸੂਰ ਨਾਰ ਮੁਨ ਜਨ ਸੇਵ। ਆਖਦੇ ਹਨ, ਕੌਣ ਕੌਣ ਆਖਦੇ ਹਨ? ਸਤਿਗੁਰੂ ਅਕਾਲ ਪੁਰਖ ਪ੍ਰਮਾਤਮਾ ਨੂੰ ਹੋਰ ਕੌਣ ਕੌਣ ਆਖਦੇ ਹਨ? ਸਤਿਗੁਰੂ ਬਖਸ਼ਿਸ਼ ਕਰਦੇ ਆ, ਦੇਵਤੇ, ਸੁਰ ਤੋਂ ਭਾਵ ਦੇਵਤੇ, ਨਰ ਤੋਂ ਭਾਵ ਮਨੁੱਖ, ਮੁਨ ਤੋਂ ਭਾਵ ਮੁਨੀ ਲੋਕ, ਮੋਨ ਧਾਰੀ ਜਿਹੜੇ ਮੋਨ ਧਾਰ ਕੇ ਬੈਠੇ ਆ, ਤੇ ਸੇਵਕ ਜਨ, ਜਿਹੜੇ ਜਨ ਹਨ ਪ੍ਰਮਾਤਮਾ ਦੇ ਸੇਵਕ ਹਨ, ਉਹ ਵੀ ਉਸ ਅਕਾਲ ਪੁਰਖ ਨੂੰ ਹੀ ਕਹਿੰਦੇ ਆ। ਭਾਵ ਦੇਵਤੇ ਵੀ ਉਸ ਅਕਾਲ ਪੁਰਖ ਨੂੰ ਯਾਦ ਕਰਦੇ ਆ, ਮਨੁੱਖ ਵੀ ਉਸ ਅਕਾਲ ਪੁਰਖ ਨੂੰ ਯਾਦ ਕਰਦੇ ਆ, ਤੇ ਜਿਹੜੇ ਮੋਨ ਧਾਰੀ ਜਿਨ੍ਹਾਂ ਨੂੰ ਜ਼ੁਬਾਨ ਨਹੀਂ ਪ੍ਰਮਾਤਮਾ ਨੇ ਦਿੱਤੀ, ਉਹ ਵੀ ਉਹਨੂੰ ਯਾਦ ਕਰਦੇ ਆ, ਤੇ ਜਿਹੜੇ ਉਹਦੇ ਸੇਵਕ ਆ ਉਹ ਤੇ ਉਹਨਾਂ ਨੂੰ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਹੀ ਕਰਦੇ ਆ, ਜਿਹੜੇ ਜਨ ਹਨ ਪ੍ਰਮਾਤਮਾ ਦੇ। ਆਖੈ ਸੁਰ ਨਾਰ ਮੁਨ ਜਨ ਸੇਵ। ਆਖੈ ਕੇਤੇ ਆਖੈ ਆਖਣ ਪਾਹੇ। ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ, ਕੇਤੇ ਆਖੇ ਆਖਣ ਪਾਏ। ਘਨੇਰੇ ਹਨ ਤੈਨੂੰ ਬਿਆਨ ਕਰਨ ਵਾਲੇ, ਤੇ ਤੈਨੂੰ ਬਿਆਨ ਕਰਨ ਦਾ ਜਿਹੜਾ ਹੀਆ ਕਰਦੇ ਆ, ਭਾਵ ਤੈਨੂੰ ਆਖਣ ਦਾ ਯਤਨ ਕਰ ਰਹੇ ਆ। ਪਤਾ ਨਹੀਂ ਕਿੰਨੇ ਕੁ ਜੀਵ ਹਨ ਜਿਹੜੇ ਕੇਤੇ ਆਖੇ ਆਖਣ ਪਾਏ, ਤੈਨੂੰ ਕਹਿਣ ਦੀ ਕੋਸ਼ਿਸ਼ ਕਰ ਰਹੇ ਆ ਕਿ ਪ੍ਰਮਾਤਮਾ ਤੂੰ ਬੜਾ ਵੱਡਾ ਹੈ। ਬਹੁਤ ਜੀਵ ਤੈਨੂੰ ਪ੍ਰਮਾਤਮਾ ਜੀ ਤੈਨੂੰ ਯਾਦ ਕਰਦੇ ਆ, ਕੇਤੇ ਕਹਿ ਕਹਿ ਉੱਠ ਉੱਠ ਜਾਏ। ਤੇ ਪਤਾ ਨਹੀਂ ਕਿੰਨੇ ਕੁ ਸਮੇਂ ਤੋਂ ਬੇਅੰਤੀ ਜੀਵ ਆ ਰਹੇ ਆ ਪ੍ਰਮਾਤਮਾ ਨੂੰ ਯਾਦ ਕਰਨ ਵਾਸਤੇ, ਤੇ ਪ੍ਰਮਾਤਮਾ ਨੂੰ ਜਿਹੜਾ ਹੈ ਯਾਦ ਕਰਦੇ ਆ, ਤੇ ਬੇਅੰਤੀ ਜੀਵ ਆ ਕਹਿ ਕਹਿ ਕੇ ਤੇ ਉੱਠ ਉੱਠ ਜਾਹੇ, ਭਾਵ ਉਹ ਪ੍ਰਮਾਤਮਾ ਨੂੰ ਯਾਦ ਕਰਨ ਲਈ ਇਸ ਧਰਤੀ ਤੇ ਆਉਂਦੇ ਆ, ਫਿਰ ਕਹਿ ਕਹਿ ਕੇ ਯਾਦ ਕਰ ਕਰਕੇ ਸਿਮਰ ਸਿਮਰ ਕੇ ਇੱਥੋਂ ਜਾਈ ਜਾ ਰਹੇ ਆ। ਇਹ ਚੱਕਰ ਇਸੇ ਤਰ੍ਹਾਂ ਪਤਾ ਨਹੀਂ ਕਿਹੜੀਆਂ ਸਦੀਆਂ ਤੋਂ, ਕਿੰਨੇ ਸਮੇਂ ਤੋਂ, ਜਦੋਂ ਤੋਂ ਸੰਸਾਰ ਬਣਿਆ ਇਹ ਚੱਕਰ ਇੰਝ ਹੀ ਚੱਲ ਰਿਹਾ। ਇਹ ਲੱਖਾਂ ਦੀ ਗਿਣਤੀ ਚ, ਹਜ਼ਾਰਾਂ ਅਮੁੱਲ ਹੀ ਕਹਿ ਲਓਗੇ ਇਸ ਧਰਤੀ ਦੇ ਉੱਤੇ ਆਉਂਦੇ ਆ, ਤੇ ਅਮੁੱਲ ਹੀ ਉਹਨੂੰ ਯਾਦ ਕਰਕੇ ਇੱਥੋਂ ਜਾਈ ਜਾ ਰਹੇ ਆ। ਇਸ ਤਰ੍ਹਾਂ ਇਹ ਚੱਕਰ ਜਿਹੜਾ ਨਿਰੰਤਰ ਜਿਹੜਾ ਚੱਲ ਰਿਹਾ ਹੈ, ਕੇਤੇ ਕਹਿ ਕਹਿ ਉੱਠ ਉੱਠ ਜਾਏ। ਜੀਵ ਕਹੀ ਜਾ ਰਿਹਾ ਤੇਰੀ ਨਾਮ ਦੀ ਵਡਿਆਈ ਕਰ ਕਰਕੇ ਸੰਸਾਰ ਤੋਂ ਜਾਈ ਜਾ ਰਹੇ। ਕੀਤੇ ਕੀਤੇ ਹੋਰ ਕਰੇ, ਫਿਰ ਜਿੰਨੇ ਕਹਿ ਕੇ ਇੱਥੋਂ ਚਲੇ ਜਾਂਦੇ ਆ, ਉਹਨੇ ਜੀਵ ਨੂੰ ਪਰਮਾਤਮਾ ਫੇਰ ਪੈਦਾ ਕਰ ਦਿੰਦਾ, ਜਿਹੜੇ ਆ ਕੇ ਫੇਰ ਤੈਨੂੰ ਜਪਣਾ ਸ਼ੁਰੂ ਕਰ ਦਿੰਦੇ ਆ। ਦੇਖੋ ਕਿੰਨੀ ਸਤਿਗੁਰਾਂ ਨੇ ਅਕਾਲ ਪੁਰਖ ਦੀ ਵਡਿਆਈ ਕੀਤੀ ਇਸ ਪੌੜੀ ਦੇ ਅੰਦਰ, ਕਿ ਪ੍ਰਮਾਤਮਾ ਬੇਅੰਤ ਜੀਵ ਤੈਨੂੰ ਕਹਿ ਕੇ ਉੱਠ ਕੇ ਚਲੇ ਜਾਂਦੇ ਇੱਥੋਂ ਸੰਸਾਰ ਤੋਂ, ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਤੂੰ ਹੋਰ ਪੈਦਾ ਕਰ ਦਿੰਦਾ, ਤੇ ਉਹ ਫੇਰ ਤੈਨੂੰ ਕਹਿਣਾ ਸ਼ੁਰੂ ਕਰ ਦਿੰਦੇ ਆ।
ਇਤੇ ਕੀਤੇ ਹੋਰ ਕਰੇ, ਉਹਨੇ ਹੀ ਤੂੰ ਫੇਰ ਰਚ ਕੇ ਤੇ ਇਸ ਸੰਸਾਰ ਤੇ ਪੈਦਾ ਕਰ ਦੇਣਾ, ਜਿਹੜੇ ਤੈਨੂੰ ਫੇਰ ਯਾਦ ਕਰਦੇ ਰਹਿੰਦੇ ਆ। ਤਾਂ ਆਖ ਨਾ ਸਕੈ ਕਿ ਪਰਮਾਤਮਾ ਪਰ ਤੇਰਾ ਅੰਦਾਜ਼ਾ ਜਿਹੜਾ ਉਹ ਨਹੀਂ ਲਾ ਸਕੇ ਜੀਵ, ਭਾਵੇਂ ਤੂੰ ਜਿੰਨੇ ਮਰਜ਼ੀ ਪੈਦਾ ਕੀਤੇ ਆ, ਤੈਨੂੰ ਯਾਦ ਕਰਕੇ ਜਾਈ ਜਾ ਰਹੇ ਆ, ਹੋਰ ਆ ਰਹੇ ਆ, ਤਾਂ ਆਖ ਨਾ ਸਕੇ ਕਿ ਕੋਈ ਨਹੀਂ ਕਹਿ ਸਕਦਾ ਕਿ ਤੂੰ ਕਿੱਡਾ ਵੱਡਾ ਹੈ। ਕਿ ਤੂੰ ਕਿੱਡਾ ਕੁ ਹੈ, ਕਿੱਡੀ ਕਿ ਤੇਰੀ ਪਹੁੰਚ ਹੈ, ਤੇਰੀ ਕਿੰਨੀ ਕੁ ਬੇਅੰਤਤਾ ਹੈ, ਕੋਈ ਵੀ ਬਿਆਨ ਨਹੀਂ ਕਰ ਸਕਿਆ। ਇੰਨੇ ਸੰਸਾਰ ਦੇ ਜੀਵ ਜਿਹੜੇ ਆ ਰੋਜ਼ ਪੈਦਾ ਹੁੰਦੇ ਆ ਤੇ ਰੋਜ਼ ਸੰਸਾਰ ਨੂੰ ਜਿਹੜਾ ਛੱਡ ਕੇ ਚਲੇ ਜਾਂਦੇ, ਪਰ ਤੇਰੀ ਲਖਿਅਤਾ ਕਿਸੇ ਨੇ ਨਹੀਂ ਪਾਈ। ਜੇਵੜ ਭਾਵੈ ਤੇਵੜ ਹੋਏ। ਵਾਹਿਗੁਰੂ ਜੀ, ਅਕਾਲ ਪੁਰਖ ਜੀ, ਜਿੰਨਾ ਤੇ ਆਪ ਜੀ ਨੂੰ ਭਾਉਂਦਾ ਆਪ ਜੀ ਉਹਨੇ ਫੈਲਾ ਜਿਹੜਾ ਕਰੀ ਜਾ ਰਹੇ। ਪਤਾ ਨਹੀਂ ਕਿੰਨੇ ਕੁ ਬ੍ਰਹਿਮੰਡ ਬਣਾਈ ਜਾ ਰਹੇ ਹੋ, ਪਤਾ ਨਹੀਂ ਕਿੰਨੇ ਕੁ ਨਾਸ਼ ਕਰੀ ਜਾ ਰਹੇ ਹੋ, ਪਤਾ ਨਹੀਂ ਕਿੰਨੇ ਕੁ ਜੀਵ ਪੈਦਾ ਕਰੀ ਜਾ ਰਹੇ ਹੋ, ਨਵੇਂ ਤੋਂ ਨਵਾਂ ਜੀਵ। ਸਾਇੰਟਿਸਟ ਕਹਿੰਦੇ ਵੀ ਪਤਾ ਨਹੀਂ ਕਿੰਨੀਆਂ ਜਾਤੀਆਂ, ਕਿੰਨੇ ਕੁ ਮਨੁੱਖਾਂ ਕਿੰਨੇ ਕੁ ਜੀਵਾਂ ਦੀਆਂ ਜਾਤੀਆਂ ਹੀ ਪਤਾ ਕਰ ਲਈਆਂ, ਤੇ ਪਤਾ ਨਹੀਂ ਸਾਨੂੰ ਹਜੇ ਇਹ ਨਹੀਂ ਪਤਾ ਲੱਗਾ ਧਰਤੀ ਦੇ ਉੱਤੇ ਹੋਰ ਕਿੰਨੇ ਕੁ ਜੀਵ ਵੱਸਦੇ ਆ। ਵਾਹਿਗੁਰੂ, ਪਤਾ ਹੀ ਨਹੀਂ ਕੋਈ, ਅੰਤ ਹੀ ਨਹੀਂ ਕੋਈ ਕਿ ਜੇਵੜ ਭਾਵੈ ਤੇਵੜ ਹੋਏ। ਤੂੰ ਇੰਨਾ ਵੱਡਾ ਹੋਈ ਜਾ ਰਿਹਾ ਕਿ ਕਿਸੇ ਵੀ ਮਨੁੱਖ ਦੀ ਸਮਝ ਦੇ ਵਿੱਚ, ਕਿਸੇ ਜੀਵ ਦੀ ਸਮਝ ਵਿੱਚ ਨਹੀਂ ਆ ਰਿਹਾ। ਜੇਵੜ ਭਾਵੈ, ਜਿੰਨਾ ਤੈਨੂੰ ਭਾਉਂਦਾ ਹੈ, ਤੇਵੜ ਹੋਏ, ਓਡਾ ਹੀ ਤੂੰ ਜਿਹੜਾ ਹੈ ਉਹ ਹੋਈ ਜਾ ਰਿਹਾ। ਨਾਨਕ ਜਾਣੈ ਸਾਚਾ ਸੋਏ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਉੱਥੇ ਰਹਿਣ ਵਾਲਾ ਅਕਾਲ ਪੁਰਖ ਪਰਮਾਤਮਾ ਹੈ, ਉਹੀ ਜਾਣਦਾ ਕਿ ਉਹ ਕਿੱਡਾ ਵੱਡਾ ਹੈ। ਹੋਰ ਕੋਈ ਮਨੁੱਖ ਉਹਦਾ ਅੰਦਾਜ਼ਾ ਨਹੀਂ ਲਾ ਸਕਦਾ, ਪਰ ਉਹ ਆਪ ਹੀ ਜਾਣਦਾ ਕਿ ਉਹ ਕਿੱਡਾ ਵੱਡਾ ਹੈ। ਆਹ ਨਾਨਕ ਜਾਣੇ ਸਾਚਾ ਸੋਏ, ਉਹ ਸੱਚਾ ਹੈ, ਉਹ ਆਪ ਹੀ ਜਾਣਦਾ ਹੈ ਕਿ ਉਹ ਕਿੱਡਾ ਵੱਡਾ ਹੈ। ਜੇ ਕੋ ਆਖੈ ਬੋਲ ਵਿਗਾੜ, ਤੇ ਪਰ ਸਤਿਗੁਰੂ ਕਹਿੰਦੇ ਜੇ ਕੋਈ ਆਖੇ ਨਾ ਬੋਲ ਵਿਗਾੜ ਕੇ, ਜੇ ਕੋਈ ਆਖੇ ਬੜਬੋਲਾ ਬੋਲ ਕੇ ਕਹਿ ਲੋ, ਜਾਂ ਹੰਕਾਰ ਦੇ ਵਿੱਚ ਆ ਕੇ ਕੋਈ ਆਖੇ ਕਿ ਮੈਂ ਪਰਮਾਤਮਾ ਨੂੰ ਜਾਣ ਲਿਆ, ਮੈਂ ਤੁਹਾਨੂੰ ਪਰਮਾਤਮਾ ਨਾਲ ਮਿਲਾ ਸਕਦਾ, ਜੇ ਕੋਈ ਇਸ ਤਰ੍ਹਾਂ ਆਖੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤਾਂ ਲਿਖੀਐ ਸਿਰ ਗਾਵਾਰਾਂ ਗਵਾਰ, ਉਹ ਮੂਰਖਾਂ ਦਾ ਸਰਦਾਰ ਕਿਹਾ ਜਾਏਗਾ। ਸਤਿਗੁਰਾਂ ਨੇ ਗੱਲ ਹੀ ਦੇਖੋ ਇਸ ਪੌੜੀ ਚ ਮੁਕਾ ਦਿੱਤੀ ਕਿ ਪਰਮਾਤਮਾ ਤੋਂ ਵੱਡਾ ਕੋਈ ਨਹੀਂ ਹੈ, ਉਹ ਅਮੁੱਲ ਹੈ, ਤੇ ਉਹਨੂੰ ਸਾਰੇ ਉਹਦੇ ਅੱਗੇ ਝੁਕ ਕੇ ਉਹਨੂੰ ਜਪ ਰਹੇ ਆ, ਸਿਮਰ ਰਹੇ ਆ। ਪਰ ਜੇ ਕੋਈ ਤੁਛ ਬੁੱਧੀ ਵਾਲਾ ਮਨੁੱਖ ਹੰਕਾਰ ਦੇ ਵਿੱਚ ਆ ਕੇ ਇਹ ਗੱਲ ਆਖੇ ਕਿ ਮੈਂ ਪਰਮਾਤਮਾ ਨੂੰ ਜਾਣ ਲਿਆ, ਸਮੁੱਚੇ ਪਰਮਾਤਮਾ ਨੂੰ ਸਮਝ ਲਿਆ, ਸਤਿਗੁਰੂ ਕਹਿੰਦੇ ਉਹਦੇ ਤੋਂ ਵੱਡਾ ਮੂਰਖ ਸੰਸਾਰ ਤੇ ਕੋਈ ਨਹੀਂ ਹੈ। ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ, ਗੱਗੇ ਨੂੰ ਵੀ ਕਰਨਾ ਲੱਗਾ ਹੋਇਆ, ਗਾਵਾਰਾਂ ਗਾਵਾਰ, ਮਹਾਮੂਰਖਾਂ ਦਾ ਮਹਾਮੂਰਖ ਹੈ, ਸਭ ਤੋਂ ਵੱਡਾ ਮੂਰਖ ਹੈ ਮਨੁੱਖ। ਗਵਾਰ ਦਾ ਅਰਥ ਹੁੰਦਾ ਹੈ ਮੂਰਖ। ਉਹ ਮਨੁੱਖ ਮੂਰਖਾਂ ਦਾ ਸਰਦਾਰ ਕਹਿ ਲੋ, ਜਿਹੜਾ ਇਹ ਗੱਲ ਕਹਿ ਦੇਵੇ ਕਿ ਮੈਂ ਪ੍ਰਮਾਤਮਾ ਨੂੰ ਜਾਣ ਲਿਆ ਹੈ। ਸੋ ਸਤਿਗੁਰਾਂ ਨੇ ਇਸ ਪਾਵਨ ਪੌੜੀ 'ਚ ਬਖਸ਼ਿਸ਼ ਕੀਤੀ ਆ ਕਿ ਪ੍ਰਮਾਤਮਾ ਦੀ ਲਖੀਅਤਾ ਜਿਹੜੀ ਇਸ ਤੁਛ ਬੁੱਧੀ ਦੇ ਨਾਲ ਨਹੀਂ ਪਾਈ ਜਾ ਸਕਦੀ। ਹਾਂ, ਉਹਦੇ ਵਿੱਚ ਲੀਨ ਹੋਇਆ ਜਾ ਸਕਦਾ ਹੈ, ਤੇ ਕਹਿ ਕੇ ਉਹਦੇ ਵਿੱਚ ਹੀ ਲੀਨ ਹੋ ਰਹੇ ਆ। ਉਸ ਤਰ੍ਹਾਂ ਉਸ ਅਕਾਲ ਪੁਰਖ ਦੇ ਵਿੱਚ ਅਭੇਦਤਾ ਪਾਈ ਜਾ ਸਕਦੀ ਆ। ਪਰ ਜੇ ਕੋਈ ਮਨੁੱਖ ਕਵੇ ਕਿ ਮੈਂ ਉਹਨੂੰ ਜਾਣ ਲਿਆ, ਇਸ ਤਰ੍ਹਾਂ ਜਿਹੜਾ ਨਹੀਂ ਹੋ ਸਕਦਾ। ਹੁਣ ਅੱਗੇ ਸਤਿਗੁਰੂ ਜੀ ਅਗਲੀ ਪੌੜੀ 'ਚ ਬਖਸ਼ਿਸ਼ ਕਰਦੇ ਆ, ਪਾਵਨ ਪੌੜੀ ਹੈ। ਇਹ ਜਿਹੜੀ ਪੌੜੀ ਹੈ ਨਾ ਸਾਧ ਸੰਗਤ, 3 ਤਰ੍ਹਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਈ ਆ। ਫਿਰ ਯਾਦ ਰੱਖਣਾ, 3 ਤਰ੍ਹਾਂ ਦੇ ਨਾਲ ਇਹ ਜਿਹੜੀ ਪੌੜੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਈ ਹੈ। ਇਹ ਪਹਿਲਾ ਰੂਪ ਹੈ ਇਹਦਾ, ਤੇ ਦੂਸਰਾ ਰੂਪ ਅਸੀਂ ਜਦੋਂ ਆਰੰਭ ਕਰਨੀ ਹੈ ਸੰਤਿਆ ਰਹਿਰਾਸ ਸਾਹਿਬ ਜੀ ਦੀ, ਤੇ ਉਸ ਸਮੇਂ ਸਭ ਤੋਂ ਪਹਿਲਾਂ ਸ਼ਬਦ ਇਹੋ ਹੀ ਆਉਣਾ ਹੈ। ਤੇ ਫਿਰ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਆਸਾ ਰਾਗ ਦੇ ਵਿੱਚ ਜਿਹੜੀ ਇਹੋ ਪੌੜੀ ਸੰਮਿਲਿਤ ਕੀਤੀ ਹੈ ਸਤਿਗੁਰਾਂ ਨੇ। ਇਹਦੇ ਵਿੱਚ ਥੋੜਾ ਸਤਿਗੁਰਾਂ ਨੇ ਫਰਕ ਜਿਹੜਾ ਦਿੱਤਾ ਹੋਇਆ, ਸ਼ਬਦਾਂ ਦਾ ਫਰਕ ਹੈ। ਤਿੰਨਾਂ ਪੌੜੀਆਂ ਦੇ ਵਿੱਚ ਸ਼ਬਦਾਂ ਦਾ ਥੋੜਾ ਫਰਕ ਹੈ, ਪਰ ਅਰਥ ਸੇਮ ਹਨ। ਇਸ ਪੌੜੀ ਦੇ ਤੇ ਜਿਹੜੀ ਰਹਿ ਰਾਸ ਵਾਲੀ ਪੌੜੀ ਹੈ, ਜਾਂ ਜਿਹੜੀ ਆਸਾ ਰਾਗ ਦੇ ਵਿੱਚ ਪੌੜੀ ਆਉਣੀ ਆ, ਉਹਨਾਂ ਦੇ ਵਿੱਚ ਅੱਖਰਾਂ ਦਾ ਫਰਕ ਹੈ, ਪਰ ਅਰਥ ਜਿਹੜੇ ਹਨ ਉਹ ਸੇਮ ਹਨ। ਇਹ ਗੱਲ ਯਾਦ ਰੱਖਣੀ। ਸਤਿਗੁਰੂ ਸੱਚੇ ਪਾਤਸ਼ਾਹ ਇਸ ਪੌੜੀ ਦੇ ਵਿੱਚ ਪ੍ਰਮਾਤਮਾ ਦੀ ਬੇਅੰਤਤਾ ਨੂੰ ਹੋਰ ਵਧੇਰੇ ਢੰਗ ਦੇ ਨਾਲ ਜਿਹੜਾ ਉਹ ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਪ੍ਰਮਾਤਮਾ ਦੀ ਬੇਅੰਤਤਾ ਕਿੰਨੀ ਕੁ ਹੈ। ਹੋਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ, ਸੋ ਦਰ ਕੇਹਾ ਸੋ ਕਰ ਕੇਹਾ, ਜਿਤ ਬਹਿ ਸਰਬ ਸਮਾਲੇ। ਇੱਥੇ ਸ਼ਬਦ ਸੋ ਦਰ ਕੇਹਾ ਹੈ, ਇਹ ਅਸਚਰਜਤਾ ਦਾ ਪ੍ਰਤੀਕ ਹੈ।
ਜਿਵੇਂ ਆਪਾਂ ਕਿਤੇ ਚਲੇ ਜਾਈਏ ਤੇ ਕਿਸੇ ਚੀਜ਼ ਨੂੰ ਵੇਖ ਰਹੇ ਹੋਈਏ ਤੇ ਕਹੀਏ ਵਾਹ ਬੜੀ ਅਚਰਜ ਚੀਜ਼ ਹੈ, ਕਿਆ ਬਾਤ ਹੈ, ਆਪਾਂ ਆਪਣੇ ਮੂੰਹ ਚ ਇੱਕ ਗੱਲ ਨਿਕਲਦੀ ਕਿਆ ਬਾਤ ਹੈ। ਤੇ ਇਹ ਸਤਿਗੁਰਾਂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਇੱਥੇ ਉਹ ਅਚਰਜਤਾ ਬਿਆਨ ਕੀਤੀ ਹੈ ਕਿ ਸੋ ਦਰ ਕਿਹਾ ਵਾਹ ਕਿਆ ਤੇਰਾ ਦਰਬਾਰ ਹੈ ਪ੍ਰਮਾਤਮਾ, ਕਿੱਡਾ ਸੋਹਣਾ ਤੇਰਾ ਦਰਬਾਰ ਹੈ ਕਹਿ ਲਓ। ਜਦੋਂ ਆਪਾਂ ਕਿਸੇ ਸੁੰਦਰ ਚੀਜ਼ ਨੂੰ ਦੇਖ ਲਈ ਆਪਾਂ ਕਹਿੰਦੇ ਵਾਹ ਕਿਆ ਬਾਤ ਹੈ, ਕਿੰਨੀ ਸੁੰਦਰ ਹੈ। ਤੇ ਉੱਥੇ ਕਿੰਨੀ ਦਾ ਅਰਥ ਇਹ ਨਹੀਂ ਹੋ ਜਾਂਦਾ ਕਿ ਕੀ ਸ਼ਬਦ ਨਹੀਂ, ਮਤਲਬ ਪ੍ਰਸ਼ਨ ਚਿੰਨ੍ਹ ਨਹੀਂ ਹੁੰਦਾ, ਵਿਸਮਾਦਿਕ ਚਿੰਨ੍ਹ ਆਪਾਂ ਉੱਥੇ ਲਾਉਣੇ ਆ। ਤੇ ਇੱਥੇ ਵਿਸਮਾਦ ਦੀ ਗੱਲ ਕੀਤੀ ਹੈ, ਸੋ ਦਰ ਕਿਹਾ ਇਹ ਵਾਹਿਗੁਰੂ ਕਿਆ ਬਾਤ ਹੈ ਕਿ ਤੇਰਾ ਕਿੰਨਾ ਸੁੰਦਰ ਦਰ ਹੈ। ਸੋ ਦਰ ਕਿਹਾ ਸੋ ਘਰ ਕਿਹਾ, ਤੇ ਤੇਰਾ ਘਰ ਵੀ ਜਿਹੜਾ ਹੈ ਅਚਰਜ ਹੈ। ਇਹਦੇ ਜਿਹੜਾ ਸਾਧ ਸੰਗਤ ਇਸ ਪੌੜੀ ਦੇ ਪਿੱਛੇ ਜਿਹੜਾ ਹੈ ਨਾ ਇੱਕ ਸਾਖੀ ਵੀ ਬੜੀ ਸੁੰਦਰ ਜਿਹੜੀ ਆਉਂਦੀ ਹੈ ਕਿ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਵੇਈ ਦੇ ਵਿੱਚ ਪ੍ਰਵੇਸ਼ ਕੀਤਾ ਨਾ, ਤੇ ਇਹ ਸਾਡੇ ਜਿਹੜੀਆਂ ਜਨਮ ਸਾਖੀਆਂ 'ਚ ਗੱਲ ਲਿਖੀ ਹੈ ਕਿ ਸਤਿਗੁਰੂ ਜਦੋਂ ਅਕਾਲ ਪੁਰਖ ਦੇ ਦਰ ਤੇ ਹਾਜ਼ਰ ਹੋਏ ਨਾ 3 ਦਿਨ ਵੇਈ 'ਚ ਅਲੋਪ ਰਹੇ। ਤੇ ਜਨਮ ਸਾਖੀਆਂ ਨੇ ਗੱਲ ਕਹੀ ਹੈ ਕਿ ਜਦੋਂ ਸਤਿਗੁਰੂ ਉਸ ਅਕਾਲ ਪੁਰਖ ਦੇ ਦਰ ਤੇ ਹਾਜ਼ਰ ਹੋਏ ਨਾ, ਤੇ ਉਸ ਸਮੇਂ ਇਹ ਪੌੜੀ ਜਿਹੜੀ ਹੈ ਉੱਥੇ ਸਤਿਗੁਰਾਂ ਨੇ ਉਚਾਰੀ ਕਿ ਕਿਆ ਆਸ਼ਚਰਜ ਹੈ ਪਰਮਾਤਮਾ ਤੇਰਾ ਦਰ, ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ। ਜਦੋਂ ਸਤਿਗੁਰੂ 3 ਦਿਨ ਅਲੋਪ ਰਹੇ ਤੇ ਲੱਭਣ ਵਾਲਿਆਂ ਲੱਭਿਆ ਕਿ ਵੇਈ 'ਚ ਸਤਿਗੁਰੂ ਹੈ ਨਹੀਂ, ਪਰ ਜਦੋਂ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਅਕਾਲ ਪੁਰਖ ਦੇ ਦਰ ਤੇ ਹਾਜ਼ਰ ਹੋਏ, ਹੋਂ ਢਾਡੀ ਵੇਕਾਰ ਕਾਰੇ ਲਾਇਆ ਰਾਤ ਦੇਹੋਂ ਕੇ ਦਾਤ ਤੁਰੋਂ ਫਰਮਾਇਆ। ਉਸ ਦਰ ਨੂੰ ਸਤਿਗੁਰੂ ਜਿਹੜਾ ਦੇਖ ਕੇ ਆਏ ਨਾ, ਉਹ ਜਿਹੜਾ ਦਰ ਪਰਮਾਤਮਾ ਦਾ, ਉਹਦੀ ਗੱਲ ਸਤਿਗੁਰੂ ਜੀ ਹੁਣ ਬਿਆਨ ਕਰ ਰਹੇ ਹੈ ਕਿ ਉਹਦਾ ਦਰ ਕਿਵੇਂ ਦਾ ਹੈ, ਉਸ ਅਕਾਲ ਪੁਰਖ ਦਾ ਘਰ ਕਿਵੇਂ ਦਾ ਹੈ। ਉਹਦੀ ਸਤਿਗੁਰੂ ਜੀ ਬੇਅੰਤਤਾ ਬਿਆਨ ਕਰਦੇ, ਜਦੋਂ ਪੁੱਛਿਆ ਕਿ ਉਹਦੇ ਦਰ ਬਾਰੇ ਤੇ ਦੱਸੋ, ਉਹਦੇ ਘਰ ਬਾਰੇ ਤੇ ਦੱਸੋ, ਸਤਿਗੁਰੂ ਕਹਿੰਦੇ ਮੈਂ ਕੀ ਕਵਾਂ, ਇੰਨਾ ਅਸਚਰਜ ਹੈ ਉਹਦਾ ਦਰ, ਉਹਦਾ ਘਰ ਇੰਨਾ ਅਸਚਰਜ ਹੈ। ਜਿਤ ਬੈ ਸਰਬ ਸੰਭਾਲੇ, ਜਿੱਥੇ ਬੈਠ ਕੇ ਉਹ ਸਾਰਿਆਂ ਦੀ ਸੰਭਾਲਣਾ ਕਰਦਾ ਹੈ, ਜਿੱਥੇ ਬੈਠ ਕੇ ਉਹ ਸਾਰਿਆਂ ਦੇ ਨਾਲ ਪਿਆਰ ਕਰਦਾ ਹੈ, ਜਿੱਥੇ ਬੈਠ ਕੇ ਸਾਰਿਆਂ ਦੀ ਰੱਖਿਅਤਾ ਕਰਦਾ ਹੈ, ਉਹ ਅਸਚਰਜ ਹੈ ਉਹਦਾ ਦਰ ਵੀ ਤੇ ਉਹਦਾ ਘਰ ਵੀ। ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾਂ ਕੇਤੇ ਵਾਵਣ ਹਾਰੇ। ਉਸ ਜਗ੍ਹਾ ਦੇ ਉੱਤੇ ਨਾਦ ਵੱਜਦੇ ਹਨ, ਵਾਜੇ ਨਾਦ ਅਨੇਕ ਅਸੰਖਾਂ, ਇੱਕ ਨਹੀਂ ਅਨੇਕਾਂ ਹੀ ਅਸੰਖਾਂ ਹੀ ਨਾਦ ਉਸ ਜਗ੍ਹਾ ਦੇ ਉੱਤੇ ਵੱਜਦੇ ਹਨ। ਕੇਤੇ ਵਾਵਣ ਹਾਰੇ, ਤੇ ਉਹਨਾਂ ਨਾਦਾਂ ਨੂੰ ਵਜਾਉਣ ਵਾਲੇ ਵੀ ਬੇਅੰਤ ਹਨ। ਭਾਵ ਬੇਅੰਤ ਤਰ੍ਹਾਂ ਦੇ ਉੱਤੇ ਸੰਗੀਤਕ ਨਾਦ ਵੱਜਦੇ ਆ ਤੇ ਬੇਅੰਤ ਤਰ੍ਹਾਂ ਦੇ ਹੀ ਉਹਨਾਂ ਸੰਗੀਤ ਨਾਦਾਂ ਨੂੰ ਵਜਾਉਣ ਵਾਲੇ ਹਨ ਜੋ ਪਰਮਾਤਮਾ ਦੇ ਦਰ ਤੇ ਖੜੇ ਉਹਨੂੰ ਯਾਦ ਕਰ ਰਹੇ। ਐਸਾ ਹੈ ਉਹਦਾ ਦਰ, ਐਸਾ ਹੈ ਉਹਦਾ ਘਰ। ਕੇਤੇ ਰਾਗ ਪਰੀ ਸਿਉ ਕਹੀਅਨ ਕੇਤੇ ਗਾਵਣ ਹਾਰੇ। ਕਹੀਅਨ ਸ਼ਬਦ ਆਇਆ ਹੈ, ਅਗਲੀ ਪੌੜੀ ਦੇ ਵਿੱਚ ਕਹੀਏ ਸ਼ਬਦ ਆਏਗਾ। ਮੈਂ ਇਹਦੇ ਵੱਲ ਜ਼ਿਆਦਾ ਨਾ ਜਾਵਾਂ, ਸਮਾਂ ਵਧੀਕ ਹੋ ਜਾਣਾ। ਜਦੋਂ ਆਪਾਂ ਉਹ ਪੌੜੀ ਦੀ ਆਰੰਭਤਾ ਕਰਾਂਗੇ ਉਦੋਂ ਆਪਾਂ ਥੋੜਾ ਵਿਚਾਰ ਲਵਾਂਗੇ ਗੱਲ ਨੂੰ। ਕੇਤੇ ਰਾਗ ਪਰੀ ਸਿਉ ਕਹੀਅਨ ਕੇਤੇ ਗਾਵਣ ਹਾਰੇ। ਜਿਹੜੇ ਰਾਗ ਆ ਉਹ ਅਕਾਲ ਪੁਰਖ ਦੇ ਦਰ ਦੇ ਉੱਤੇ ਆਪਣੀਆਂ ਪਤਨੀਆਂ ਦੇ ਸਮੇਤ ਉਹਦੀ ਉਸਤਤ ਗਾ ਰਹੇ ਆ। ਕੇਤੇ ਗਾਵਣ ਹਾਰੇ, ਤੇ ਪਤਾ ਨਹੀਂ ਕਿੰਨੇ ਕੁ ਰਾਗੀ ਉਹਨਾਂ ਰਾਗਾਂ ਨੂੰ ਪੜ੍ਹ ਕੇ ਤੇ ਉਸ ਪਰਮਾਤਮਾ ਦੀ ਉਸਤਤ ਦੇ ਵਿੱਚ ਲੱਗੇ ਹੋਏ ਆ। ਕੇਤੇ ਤੋਂ ਅਰਥ ਕਹਿਣਾ ਕਿ ਪਤਾ ਨਹੀਂ ਕਿੰਨੇ ਕੁ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੋ ਸਕਦੀ। ਕੇਤੇ ਰਾਗ ਪਰੀ ਸੋ ਕਹੀਅਨ ਕੇਤੇ ਗਾਵਨ ਹਾਰੇ, ਗਾਵੈ ਤੋਹਨੋ ਪੌਣ ਪਾਣੀ ਬਹਿ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਪਰਮਾਤਮਾ ਨੂੰ ਗਾ ਰਹੀ ਹੈ ਕੀ ਪੌਣ ਹਵਾ ਪਾਣੀ ਜਲ ਮੈਂ ਸੰਤਰ ਅਗਨੀ ਵੀ ਉਸ ਪਰਮਾਤਮਾ ਨੂੰ ਹੀ ਗਾ ਰਹੀ ਹੈ। ਗਾਵੈ ਰਾਜਾ ਧਰਮ ਦੁਆਰੇ, ਤੇ ਜਿਹੜਾ ਰਾਜਾ ਹੈ, ਜਿਹੜਾ ਧਰਮ ਰਾਜਾ ਹੈ, ਉਹ ਵੀ ਉਹਦੇ ਦੁਆਰੇ ਤੇ ਖੜ ਕੇ ਉਹਦੀ ਸਤੁਤੀ ਗਾ ਰਿਹਾ। ਧਰਮ ਰਾਜਾ ਵੀ ਉਹਦੇ ਹੁਕਮ ਦੇ ਵਿੱਚ ਹੈ, ਉਹਨੂੰ ਹੀ ਸਾਰੇ ਗਾ ਰਹੇ। ਹਵਾ ਵੀ, ਪੌਣ ਵੀ, ਪਾਣੀ ਵੀ, ਬੈਸੰਤਰ ਵੀ, ਅੱਗ ਵੀ, ਤੇ ਉਹਦਾ ਜਿਹੜਾ ਧਰਮ ਰਾਜਾ ਪੈਦਾ ਕੀਤਾ ਹੋਇਆ ਹੈ ਉਹ ਵੀ ਉਹਦੇ ਦੁਆਰੇ ਤੇ ਦੋਵੇਂ ਹੱਥ ਜੋੜ ਕੇ ਉਹਨੂੰ ਗਾ ਰਿਹਾ ਹੈ। ਗਾਵੈ ਤੋਹਨੋ ਪੌਣ ਪਾਣੀ ਬਹਿ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਹਿ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਹੁਣ ਜਿਹੜੇ ਚਿੱਤਰਗੁਪਤ ਆ, ਜਿਨ੍ਹਾਂ ਦੀ ਗੱਲ ਹਿੰਦੂ ਇਤਿਹਾਸਿਕ ਗ੍ਰੰਥਾਂ ਨੇ ਕੀਤੀ, ਸਤਿਗੁਰੂ ਕਹਿੰਦੇ ਇਹ ਵੀ ਉਹਦੇ ਅੱਗੇ ਖੜੇ ਉਹਨੂੰ ਗਾ ਰਹੇ ਆ। ਗਾਵੇ ਚਿੱਤ ਗੁਪਤ ਲਿਖ ਜਾਣ ਹੈ, ਜਿਹੜੇ ਲਿਖ ਲਿਖ ਕੇ ਉਹਦੀਆਂ ਸਿਫਤਾਂ ਗਾ ਰਹੇ ਆ।
ਲਿਖ ਲਿਖ ਧਰਮ ਵਿਚਾਰੇ। ਤੇ ਜਿਹੜਾ ਧਰਮ ਰਾਜਾ ਨਿਆਂ ਕਰਨ ਵਾਲਾ ਉਹ ਵੀ ਇਹਨਾਂ ਲਿਖਤਾਂ ਨੂੰ ਪੜ ਪੜ ਕੇ ਉਹਨੂੰ ਗਾ ਰਿਹਾ, ਉਹਦੇ ਦਰ ਤੇ ਖੜਾ ਹੋਇਆ। ਗਾਵਹਿ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਗਾਵਹਿ ਈਸਰ ਬਰਮਾ ਦੇਵੀ, ਸੋਹਣ ਸਦਾ ਸਵਾਰੇ। ਕੌਣ ਗਾ ਰਹੇ ਆ? ਹੁਣ ਸਤਿਗੁਰਾਂ ਨੇ ਫੇਰ ਭਰਮ ਮਿਟਾ ਦਿੱਤਾ ਕਿ ਜਿਹੜੇ ਸ਼ਿਵਾ ਨੂੰ, ਜਿਹੜੇ ਬ੍ਰਹਮਾ ਨੂੰ, ਜਿਹੜੀਆਂ ਦੇਵੀਆਂ ਨੂੰ ਤੁਸੀਂ ਪੂਜ ਰਹੇ ਹੋ, ਉਹਨਾਂ ਦੀ ਗੱਲ ਸੁਣ ਲਓ, ਉਹ ਵੀ ਉਹਨੂੰ ਗਾ ਰਹੇ ਆ। ਗਾਵੈ ਈਸਰ, ਈਸਰ ਤੋਂ ਭਾਵ ਸ਼ਿਵ ਜੀ, ਬਰਮਾ ਤੋਂ ਭਾਵ ਬ੍ਰਹਮਾ ਦੇਵਤਾ, ਦੇਵੀ ਦੇਵੀਆਂ ਜਿਹੜੀਆਂ ਹਨ, ਜਿਹੜੀਆਂ ਦੇਵੀਆਂ ਮੰਨੀਆਂ ਗਈਆਂ, ਉਹ ਵੀ ਉਸ ਪਰਮਾਤਮਾ ਦੇ ਦਰ ਤੇ ਸੁਣਦੇ ਹਨ, ਭਾਵ ਉਹਨੂੰ ਗਾਉਂਦੇ ਹਨ ਜਿਨ੍ਹਾਂ ਨੂੰ ਉਸ ਪਰਮਾਤਮਾ ਨੇ ਸਵਾਰਿਆ ਹੈ। ਉਹ ਵੀ ਉਸ ਅਕਾਲ ਪੁਰਖ ਨੂੰ ਹੀ ਗਾ ਰਹੇ ਹਨ। ਗਾਵੈ ਇੰਦ ਇੰਦਾਸਨ ਬੈਠੇ, ਦੇਵਤਿਆਂ ਦਰ ਨਾਲੇ। ਇੰਦਰ ਦੇਵਤੇ ਦੀ ਕਚਹਿਰੀ ਮੰਨੀ ਗਈ ਆ। ਕਹਿੰਦੇ ਉਹ ਜਿਹੜਾ ਇੰਦਰ ਦੇਵਤਾ ਨਾ, ਉਹ ਆਪਣੇ ਤਖਤ ਦੇ ਸਮੇਤ ਆਪਣੇ ਆਸਣ ਉੱਤੇ ਬੈਠਾ ਹੋਇਆ ਦੇਵਤਿਆਂ ਦਰ ਨਾਲੇ ਉਹਨੂੰ ਹੀ ਗਾ ਰਿਹਾ, ਦੇਵਤਿਆਂ ਦੇ ਨਾਲ ਰਲ ਕੇ, ਸੁਰਾਂ ਦੇ ਨਾਲ ਗਾਇਨ ਕਰਕੇ ਉਹ ਵੀ ਉਸ ਅਕਾਲ ਪੁਰਖ ਨੂੰ ਹੀ ਗਾ ਰਿਹਾ। ਗਾਵੈ ਇੰਦ ਇੰਦਾਸਨ ਬੈਠੇ, ਇੱਥੇ ਇੰਦਰ ਇੰਦਰਾਸਨ ਨਹੀਂ ਪੜਨਾ, ਉਹ ਰਹਿ ਰਾਸ ਦੇ ਵਿੱਚ ਹੈ। ਗਾਵੈ ਇੰਦ ਇੰਦਾਸਨ ਬੈਠੇ, ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ, ਦੇਵਤਿਆਂ ਦੇ ਨਾਲ ਉਸ ਪਰਮਾਤਮਾ ਨੂੰ ਉਹਦੇ ਦਰ ਦੇ ਉੱਤੇ ਗਾ ਰਿਹਾ ਹੈ। ਗਾਵੈ ਸਿੱਧ ਸਮਾਧੀ ਅੰਦਰ, ਗਾਵਣ ਸਾਧ ਵਿਚਾਰੇ। ਪਰਮਾਤਮਾ ਦੀ ਉਸਤਤੀ ਜਿਹੜੀ ਹੈ ਨਾ, ਉਹ ਸਿੱਧ ਸਮਾਧੀਆਂ ਦੇ ਵਿੱਚ ਲੱਗ ਲੱਗ ਕੇ ਉਹਨੂੰ ਗਾ ਰਹੇ ਆ। ਤੇ ਗਾਵਣ ਸਾਧ ਵਿਚਾਰੇ, ਤੇ ਵਿਚਾਰ ਕਰ ਕਰਕੇ ਜਿਹੜਾ ਹੈ ਸਮਾਧੀਆਂ ਲਾ ਲਾ ਕੇ ਉਹਨੂੰ ਗਾ ਰਹੇ ਆ। ਤੇ ਜਿਹੜੇ ਵਿਚਾਰ ਸਲਾਹ ਮਸ਼ਵਰੇ ਕਰ ਕਰਕੇ ਉਸੇ ਨੂੰ ਹੀ ਗਾ ਰਹੇ ਆ ਸਾਰੇ ਸਿੱਧ, ਉਸ ਅਕਾਲ ਪੁਰਖ ਨੂੰ ਹੀ ਗਾ ਰਹੇ ਆ। ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ। ਅਕਾਲ ਪੁਰਖ ਨੂੰ ਜਤੀ ਵੀ ਗਾ ਰਹੇ ਆ, ਸਤੀ ਵੀ ਗਾ ਰਹੇ ਆ, ਹਨੂਮਾਨ ਵਰਗੇ ਜਤੀ ਸਤੀ ਉਹ ਵੀ ਉਸ ਅਕਾਲ ਪੁਰਖ ਨੂੰ ਹੀ ਗਾ ਰਹੇ ਆ। ਲੋਕ ਹਨੂਮਾਨ ਦੀ ਉਸਤਤ ਕਰਦੇ ਆ ਨਾ, ਪਰ ਸਤਿਗੁਰੂ ਕਹਿੰਦੇ ਕਿ ਦੇਖੋ ਇਹ ਵੀ ਉਹਦੇ ਦਰ ਤੇ ਝੁਕਿਆ ਹੋਇਆ, ਉਹਨੂੰ ਹੀ ਗਾ ਰਿਹਾ। ਗਾਵਹਿ ਜਤੀ ਸਤੀ ਸੰਤੋਖੀ, ਸੰਤੋਖ ਦੇ ਵਿੱਚ ਰਹਿ ਕੇ ਜਿਹੜੇ ਸੰਤੋਖੀ ਜੀਵਨ ਬਤੀਤ ਕਰਨ ਵਾਲੇ ਆ, ਉਹ ਵੀ ਉਸ ਅਕਾਲ ਪੁਰਖ ਨੂੰ ਹੀ ਗਾ ਰਹੇ ਆ। ਗਾਵੈ ਵੀਰ ਕਰਾਰੇ, ਜਿਹੜੇ ਯੋਧੇ ਹਨ, ਜਿਹੜੇ ਵੀਰਤਾ ਨਾਲ ਭਰੇ ਹੋਏ ਹਨ, ਉਹ ਯੋਧੇ ਵੀ ਉਸ ਅਕਾਲ ਪੁਰਖ ਨੂੰ ਹੀ ਗਾ ਰਹੇ ਆ। ਵੀਰ ਕਰਾਰੇ, ਕਰਾਰੇ ਦਾ ਅਰਥ ਹੁੰਦਾ ਤਕੜੇ ਸੂਰਮੇ, ਤਕੜੇ ਜੁੱਸਿਆਂ ਵਾਲੇ, ਜਿਨ੍ਹਾਂ ਦੇ ਬੜਾ ਵੱਡਾ ਸਰੀਰ, ਜਿਨ੍ਹਾਂ ਦੇ ਵਿੱਚ ਬਲ ਵੱਡਾ ਹੈ, ਤਾਕਤ ਬੜੀ ਹੈ, ਉਹ ਵੀ ਉਹਦੇ ਦਰ ਦੇ ਉੱਤੇ ਝੁਕ ਕੇ ਉਹਨੂੰ ਗਾ ਰਹੇ ਆ। ਗਾਵਨ ਪੰਡਿਤ ਪੜਨ ਰੱਖੀ ਸਰ, ਇੱਥੇ ਰੱਖੀ ਸਰ ਸ਼ਬਦ ਹੈ, ਰੱਖੀ ਸੁਰ ਨਹੀਂ ਪੜਨਾ ਇਹਨੂੰ, ਰੱਖੀ ਸੁਰ ਜਿਹੜਾ ਰਹਿ ਰਾਸ ਚ ਆਉਂਦਾ ਹੈ। ਗਾਵਨ ਪੰਡਿਤ ਪੜਨ ਰੱਖੀ ਸਰ, ਜੁਗ ਜੁਗ ਵੇਦਾਂ ਨਾਲੇ। ਰੱਖੀ ਸਰ ਭਾਵ ਵੱਡੇ ਵੱਡੇ ਰਿਖੀ ਜਿਹੜੇ ਆ, ਤੇ ਵੱਡੇ ਵੱਡੇ ਪੰਡਿਤ ਜਿਹੜੇ ਆ, ਉਹ ਵੀ ਉਸ ਅਕਾਲ ਪੁਰਖ ਨੂੰ ਜਿਹੜਾ ਗਾ ਰਿਹਾ ਜੁਗ ਜੁਗ ਵੇਦਾਂ ਨਾਲੇ। ਯੁਗਾਂ ਯੁਗਾਂ ਤੋਂ, ਹਰੇਕ ਯੁੱਗ ਦੇ ਵਿੱਚ ਵੇਦਾਂ ਦੇ ਪਾਠਾਂ ਦੇ ਨਾਲ ਉਹਨੂੰ ਗਾ ਰਹੇ ਆ, ਉਸ ਅਕਾਲ ਪੁਰਖ ਨੂੰ ਹੀ ਉਹ ਗਾ ਰਹੇ ਆ। ਗਾਵਨ ਪੰਡਿਤ ਪੜਨ ਰੱਖੀ ਸਰ, ਜੁਗ ਜੁਗ ਵੇਦਾਂ ਨਾਲੇ। ਮੈਂ ਸਲਾਈਡ ਚੇਂਜ ਕਰਕੇ ਫਿਰ ਆਪਾਂ ਸਮਾਪਤੀ ਵੱਲ ਜਾਈਏ। ਗਾਵਹਿ ਮੋਹਣੀਆਂ ਮਨ ਮੋਹਨ, ਸੁਰਗਾ ਮੱਛ ਪਿਆਲੇ। ਇੱਥੇ ਸ਼ਬਦ ਸੁਰਗਾ ਹੈ, ਗੱਗੇ ਦੇ ਨਾਲ ਕੰਨਾ ਲੱਗਾ ਹੈ, ਰਹਿ ਰਸ ਕੰਨਾ ਨਹੀਂ ਲੱਗਾ ਹੋਇਆ। ਗਾਵਹਿ ਮੋਹਣੀਆਂ ਮਨ ਮੋਹਨ, ਜਿਹੜੀਆਂ ਮਨ ਨੂੰ ਮੋਹ ਲੈਣ ਵਾਲੀਆਂ ਪਰੀਆਂ ਮੰਨੀਆਂ ਗਈਆਂ ਹਨ, ਉਹ ਵੀ ਉਸ ਅਕਾਲ ਪੁਰਖ ਨੂੰ ਹੀ ਗਾ ਰਹੀਆਂ। ਗਾਵਹਿ ਮੋਹਣੀਆਂ ਮਨ ਮੋਹਨ, ਸੁਰਗਾ ਮੱਛ ਪਿਆਲੇ। ਸੁਰਗਾ ਮੱਛ ਪਿਆਲੇ ਜਿਹੜੀਆਂ ਵੈਸ਼ ਦੇ ਵਿੱਚ ਪਰੀਆਂ ਮੰਨੀਆਂ ਗਈਆਂ, ਤੇ ਜਿਹੜੇ ਪਤਾਲ ਲੋਕ ਦੇ ਜਿਹੜੇ ਆ ਲੋਕ ਮੰਨੇ ਗਏ ਆ, ਉਹ ਵੀ ਉਸ ਅਕਾਲ ਪੁਰਖ ਨੂੰ ਹੀ ਗਾ ਰਹੇ ਆ। ਤੇ ਉਹਨੂੰ ਗਾ ਗਾ ਕੇ, ਪਿਆਲੇ ਦਾ ਅਰਥ ਹੁੰਦਾ ਪਾਤਾਲ, ਜਿਹੜੇ ਪਤਾਲ ਲੋਕ ਦੇ ਮੱਛ ਭਾਵ ਮਾਤ ਲੋਕ ਦੁਆਲੇ ਜਿਹੜੇ ਹਨ, ਉਹ ਵੀ ਉਸ ਅਕਾਲ ਪੁਰਖ ਨੂੰ ਗਾ ਰਹੇ। ਮੋਹਣੀਆਂ ਸੁੰਦਰੀਆਂ ਜਿਹੜੀਆਂ ਇਸਤਰੀਆਂ ਭਾਵ ਜਿਹੜੀਆਂ ਪਰੀਆਂ ਮੰਨ ਲਓ, ਉਹ ਵੀ ਉਸ ਅਕਾਲ ਪੁਰਖ ਨੂੰ ਗਾ ਰਹੀਆਂ। ਤੇ ਜਿਹੜੇ ਇਸ ਧਰਤੀ ਤੇ ਰਹਿਣ ਵਾਲੇ ਆ, ਮਾਤ ਲੋਕ ਵਿੱਚ ਰਹਿਣ ਵਾਲੇ ਆ, ਉਹ ਵੀ ਜੀਵਨ ਨੂੰ ਗਾ ਰਹੇ, ਤੇ ਜਿਹੜੇ ਪਤਾਲ ਲੋਕ ਚ ਰਹਿਣ ਵਾਲੇ ਆ, ਉਹ ਵੀ ਉਹਨੂੰ ਗਾ ਰਹੇ ਆ। ਸਤਿਗੁਰਾਂ ਨੇ ਹੁਣ ਇੱਥੇ ਸਾਰਾ ਉਹ ਭੁਲੇਖਾ ਖਤਮ ਕਰਤਾ ਕਿ ਜਿਹੜੇ ਲੋਕ ਕਿਹੜੇ ਕਿਹੜੇ ਉਹਨੂੰ ਗਾਉਂਦੇ। ਸਤਿਗੁਰਾਂ ਨੇ ਕਹਿਤਾ ਜਿਹੜੇ ਧਰਤੀ ਤੋਂ ਉੱਤੇ ਰਹਿਣ ਵਾਲੇ, ਆਕਾਸ਼ ਵਾਲੇ ਵੀ ਉਹਨੂੰ ਗਾਉਂਦੇ ਆ,
ਤੇ ਜਿਹੜੇ ਧਰਤੀ ਤੇ ਮੱਛ ਧਰਤੀ ਤੇ ਰਹਿਣ ਵਾਲੇ ਵੀ ਗਾਉਂਦੇ ਆ, ਪਿਆਲੇ ਜਿਹੜੇ ਪਤਾਲ ਵਿੱਚ ਹੋਣਗੇ ਉਹ ਵੀ ਉਹਨੂੰ ਹੀ ਗਾਉਂਦੇ ਆ, ਭਾਵ ਅਕਾਲ ਪੁਰਖ ਨੂੰ ਹੀ ਗਾਉਂਦੇ ਆ। ਗਾਵਣ ਰਤਨ ਉਪਾਏ ਤੇਰੇ 68 ਤੀਰਥ ਨਾਲੇ। ਜਿੰਨੇ ਵੀ ਰਤਨ ਪ੍ਰਮਾਤਮਾ ਨੇ ਪੈਦਾ ਕੀਤੇ ਆ, 14 ਰਤਨ ਦੀ ਗੱਲ ਜਿਹੜੀ ਉਹ ਕੀਤੀ ਗਈ ਹੈ। ਸਤਿਗੁਰੂ ਕਹਿੰਦੇ ਉਹ ਜਿਹੜੇ 14 ਰਤਨ ਆ ਨਾ, ਗਾਵਣ ਰਤਨ ਉਪਾਏ ਤੇਰੇ, ਜਿਹੜੇ ਤੇਰੇ ਪੈਦਾ ਕੀਤੇ ਹੋਏ ਆ 14 ਰਤਨ, ਉਹ ਵੀ ਤੈਨੂੰ ਗਾ ਰਹੇ ਆ 68 ਤੀਰਥ ਨਾਲੇ। ਤੇ ਜਿਹੜੇ ਤੀਰਥ ਹਨ ਉਹ ਵੀ ਤੈਨੂੰ ਹੀ ਗਾ ਰਹੇ ਆ। 68 ਤੀਰਥ ਵੀ ਵਾਹਿਗੁਰੂ ਜੀ ਆਪ ਜੀ ਦਾ ਹੀ ਗਾਇਨ ਕਰ ਰਹੇ ਆ। ਦੇਖੋ ਸਤਿਗੁਰਾਂ ਨੇ ਗੱਲ ਹੀ ਮੁਕਾ ਦਿੱਤੀ, ਲੋਕ ਤੀਰਥਾਂ ਤੇ ਜਾ ਕੇ ਪ੍ਰਮਾਤਮਾ ਨੂੰ ਗਾਉਂਦੇ ਸੀ, ਤੇ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਕਿ ਜਿਹੜੇ ਤੀਰਥ ਆ ਵੀ ਉਹਨੂੰ ਗਾ ਰਹੇ ਆ। ਜਿਹੜੇ ਰਤਨ ਉਪਾਏ ਆ 14 ਰਤਨ ਨਿਕਾਲੇ ਹੁਣ, ਉਹ ਜਿਹੜੇ 14 ਰਤਨ ਆ ਉਹ ਵੀ ਪ੍ਰਮਾਤਮਾ ਨੂੰ ਹੀ ਗਾ ਰਹੇ ਆ। ਤੇ ਫਿਰ ਉਸ ਤੋਂ ਬਾਅਦ ਅੱਗੇ ਆ ਜਾਓ, ਜਿੰਨੀਆਂ ਨਦੀਆਂ ਹਨ ਇਹਦੇ ਵਿੱਚ ਸਾਰੀਆਂ ਆ ਜਾਂਦੀਆਂ 68 ਤੀਰਥਾਂ 'ਚ, ਕਿਉਂਕਿ ਤੀਰਥ ਜਿਹੜੇ ਉਹ ਨਦੀਆਂ ਦੇ ਉੱਤੇ ਸੀ। ਉਹ ਜਿਹੜੀਆਂ ਨਦੀਆਂ ਹਨ ਉਹ ਵੀ ਉਸ ਅਕਾਲ ਪੁਰਖ ਨੂੰ ਹੀ ਗਾ ਰਹੀਆਂ, ਜਿੰਨੀਆਂ ਸੰਸਾਰ ਤੇ ਨਦੀਆਂ ਪੈਦਾ ਕੀਤੀਆਂ। 68 ਤੀਰਥ ਨੂੰ ਗਾ ਰਿਹਾ। ਗਾਵਹਿ ਯੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ, 4 ਖਾਣੀਆਂ ਨੂੰ ਗਾ ਰਹੀਆਂ। 4 ਖਾਣੀਆਂ ਸਾਧ ਸੰਗਤ ਮੰਨੀਆਂ ਗਈਆਂ, ਅੰਡਜ, ਜੇਰਜ, ਸੇਤਜ, ਉਤਪੁਜ। ਅੰਡਜ ਤੋਂ ਭਾਵ ਹੁੰਦਾ ਜਿਹੜੀ ਆਂਡੇ ਤੋਂ ਪੈਦਾ ਹੁੰਦੇ ਆ ਜਿਹੜੇ ਜੀਵ, ਉਹਨਾਂ ਨੂੰ ਅੰਡਜ ਕਿਹਾ ਜਾਂਦਾ ਹੈ, ਜਿਹੜੇ ਜੀਵ ਆਂਡੇ ਤੋਂ ਪੈਦਾ ਹੁੰਦੇ ਆ। ਜੇਰਜ ਜਿਹੜੇ ਜੀਰ ਤੋਂ ਪੈਦਾ ਹੁੰਦੇ ਆ, ਜਿਵੇਂ ਆਪਾਂ ਜੇਰਜ ਆ, ਤੇ ਜਾਂ ਹੋਰ ਬੱਚੇ ਜਿਹੜੇ ਪੈਦਾ ਹੁੰਦੇ ਆ ਉਹਨਾਂ ਨੂੰ ਜੇਰਜ ਕਿਹਾ ਜਾਂਦਾ ਹੈ। ਅੰਡਜ, ਜੇਰਜ। ਸੇਤਜ ਹੁੰਦਾ ਜਿਹੜੇ ਪਸੀਨੇ ਤੋਂ ਪੈਦਾ ਹੁੰਦੇ ਆ, ਉਹਨਾਂ ਨੂੰ ਸੇਤਜ ਕਿਹਾ ਜਾਂਦਾ ਹੈ। ਤੇ ਅੰਡਜ, ਜੇਰਜ, ਸੇਤਜ, ਉਤਪੁਜ ਹੁੰਦੇ ਜਿਹੜੇ ਜ਼ਮੀਨ ਦੇ ਵਿੱਚੋਂ ਪੈਦਾ ਹੁੰਦੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਹੜੀਆਂ 4 ਖਾਣੀਆਂ ਹਨ, ਇਹ 4 ਤਰ੍ਹਾਂ ਦੇ ਜੀਵ ਜਿਹੜੇ ਆਪ ਜੀ ਨੇ ਪੈਦਾ ਕੀਤੇ ਆ, ਉਹ ਵੀ ਆਪ ਜੀ ਨੂੰ ਗਾ ਰਹੇ ਆ। ਗਾਵੇ ਜੋਧ ਮਹਾਬਲ ਸੂਰਾ, ਜਿਹੜੇ ਸੂਰਮੇ ਹਨ, ਯੋਧੇ ਹਨ, ਮਹਾਬਲੀ ਸੂਰਮੇ ਹਨ, ਉਹ ਵੀ ਆਪ ਜੀ ਨੂੰ ਗਾ ਰਹੇ ਆ। ਤੇ ਜਿਹੜੇ ਇਹ 4 ਖਾਣੀਆਂ ਹਨ, ਅੰਡਜ, ਜੇਰਜ, ਸੇਤਜ, ਉਤਪੁਜ, ਤੇ ਉਹਨਾਂ ਤੋਂ ਪੈਦਾ ਹੋਏ ਜਿਹੜੇ ਜੀਵ ਆ, ਉਹ ਵੀ ਵਾਹਿਗੁਰੂ ਜੀ ਆਪ ਨੂੰ ਹੀ ਗਾ ਰਹੇ ਆ। ਗਾਵਹਿ ਖੰਡ ਮੰਡਲ ਵਰ ਭੰਡਾ, ਬ੍ਰਹਿਮੰਡ ਦੇ ਜਿੰਨੇ ਖੰਡ ਹਨ ਉਹ ਵੀ ਤੈਨੂੰ ਗਾ ਰਹੇ। ਜਿੰਨੇ ਮੰਡਲ ਆਪ ਜੀ ਨੇ ਬਣਾਏ, ਜਿਵੇਂ ਸੌਰ ਮੰਡਲ ਆ, ਤੇ ਹੋਰ ਜਿੰਨੇ ਵੀ ਮੰਡਲ ਆ ਸੰਸਾਰ ਦੇ ਉੱਤੇ, ਜੋ ਪਰਮਾਤਮਾ ਦੀ ਇਸ ਕੁਦਰਤ ਦੇ ਵਿੱਚ ਜਿੰਨੀਆਂ ਗਲੈਕਸੀਆਂ ਹਨ, ਉਹਨਾਂ ਦੀ ਗੱਲ ਇੱਥੇ ਸਤਿਗੁਰਾਂ ਨੇ ਕੀਤੀ। ਸਤਿਗੁਰੂ ਗੁਰੂ ਨਾਨਕ ਸਾਹਿਬ ਸਿਰਫ ਇਸ ਧਰਤੀ ਤੱਕ ਸੀਮਿਤ ਨਹੀਂ ਰਹੇ, ਸਤਿਗੁਰਾਂ ਨੇ ਸਮੁੱਚੀ ਵਿਸ਼ਾਲਤਾ ਨੂੰ ਜਿਹੜਾ ਇੱਥੇ ਬਿਆਨ ਕੀਤਾ। ਗਾਵੇ ਖੰਡ ਮੰਡਲ ਵਰ ਭੰਡਾ, ਜਿੰਨੇ ਵੀ ਬ੍ਰਹਿਮੰਡ ਹਨ, ਜਿੰਨੇ ਮੰਡਲ ਚੱਕਰ ਹਨ, ਵਰ ਭੰਡਾ ਤੋਂ ਭਾਵ ਸਾਰੀ ਦੀ ਸਾਰੀ ਸ੍ਰਿਸ਼ਟੀ ਕਰ ਕਰ ਰੱਖੇ ਧਾਰੇ, ਜਿਨ੍ਹਾਂ ਨੂੰ ਤੂੰ ਟਿਕਾਇਆ ਹੋਇਆ ਹੈ ਪਰਮਾਤਮਾ ਆਪਣੇ ਉੱਤੇ, ਜਿਨ੍ਹਾਂ ਨੂੰ ਤੂੰ ਟਿਕਾਇਆ ਹੋਇਆ ਹੈ, ਉਹਨਾਂ ਦੀ ਗੱਲ ਸਤਿਗੁਰਾਂ ਨੇ ਕੀਤੀ, ਉਹ ਵੀ ਤੈਨੂੰ ਹੀ ਗਾ ਰਹੇ ਆ। ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ, ਜਿਨ੍ਹਾਂ ਨੂੰ ਤੂੰ ਧਾਰਨ ਕੀਤਾ ਹੋਇਆ, ਜਿਨ੍ਹਾਂ ਨੂੰ ਤੂੰ ਟਿਕਾਇਆ ਹੋਇਆ, ਉਹ ਵੀ ਤੈਨੂੰ ਹੀ ਗਾ ਰਹੇ ਆ। ਸੇਈ ਤੁਧਨੋਂ ਗਾਵੈ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਪਰ ਪ੍ਰਮਾਤਮਾ ਜੋ ਤੈਨੂੰ ਭਾਉਂਦੇ ਆ ਨਾ, ਜੋ ਤੈਨੂੰ ਸੋਹਣੇ ਲੱਗਦੇ ਆ, ਸੇਈ ਤੁਧਨੋਂ ਗਾਵਨ, ਉਹੀ ਤੈਨੂੰ ਗਾਉਂਦੇ ਆ। ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਉਹ ਜਿਹੜੇ ਭਗਤ ਹਨ ਉਹ ਰਸ ਸਹਿਤ ਹੋ ਜਾਂਦੇ ਆ, ਰਸ ਆਲੇ, ਰਸ ਦੇ ਘਰ ਹੋ ਜਾਂਦੇ ਆ, ਰਸ ਦੇ ਨਾਲ ਭਰ ਜਾਂਦੇ ਆ। ਜਿਨ੍ਹਾਂ ਦੇ ਉੱਤੇ ਤੂੰ ਕਿਰਪਾ ਕਰਦਾ ਹੈ, ਜਿਨ੍ਹਾਂ ਨੂੰ ਤੂੰ ਭਾਉਣਾ ਹੈ, ਸਹੀ ਤੁਧਨੋਂ ਗਾਵੈ, ਉਹ ਉਹੀ ਤੈਨੂੰ ਗਾਉਂਦੇ ਆ। ਰੱਤੇ ਤੇਰੇ ਭਗਤ ਰਸਾਲੇ, ਤੇਰੇ ਰੰਗ ਦੇ ਵਿੱਚ, ਤੇਰੇ ਪਿਆਰ ਦੇ ਵਿੱਚ ਰੱਤੇ ਆ, ਤੇ ਉਹ ਭਗਤ ਹੋ ਜਾਂਦੇ ਆ, ਤੇ ਉਹਨਾਂ ਦੇ ਅੰਦਰ ਜਿਹੜਾ ਰਸ ਪੈਦਾ ਹੁੰਦਾ ਹੈ। ਰੱਤੇ ਤੇਰੇ ਭਗਤ ਰਸਾਲੇ, ਹੋਰ ਕੀਤੇ ਗਾਵਨ, ਸੇ ਮੈਂ ਚਿਤਨਾ ਆਵਨ, ਨਾਨਕ ਕਿਆ ਵਿਚਾਰੇ। ਹੁਣ ਇੰਨਾ ਕੁਝ ਦੱਸ ਕੇ ਗੁਰੂ ਨਾਨਕ ਸਾਹਿਬ ਨੇ ਦੇਖੋ ਕਹਿ ਦਿੱਤਾ ਕਿ ਮੋਹਣੀਆਂ ਗਾ ਰਹੀਆਂ, ਰਤਨ ਗਾ ਰਹੇ ਆ, 68 ਤੀਰਥ ਗਾ ਰਹੇ ਆ, ਯੋਧੇ ਗਾ ਰਹੇ, ਸੂਰਮੇ ਗਾ ਰਹੇ, ਜਤੀ ਸਤੀ ਗਾ ਰਹੇ ਆ, ਖੰਡ ਮੰਡਲ ਵਰ ਭੰਡੇ, ਸਾਰਾ ਕੁਛ ਗਾ ਰਿਹਾ। ਪਰ ਸਤਿਗੁਰਾਂ ਨੇ ਫੇਰ ਦੋਵੇਂ ਹੱਥ ਜੋੜ ਕੇ ਕਹਿ ਦਿੱਤਾ, ਦੇਖੋ ਸਤਿਗੁਰਾਂ ਦੀ ਕਿੰਨੀ ਵਡਿਆਈ ਹੈ ਕਿ ਗੁਰੂ ਨਾਨਕ ਸਾਹਿਬ ਨੇ ਸਾਰਾ ਕੁਝ ਕਹਿ ਕੇ ਵੀ ਕਹਿ ਦਿੱਤਾ ਕਿ ਮੈਨੂੰ ਕੁਛ ਨਹੀਂ ਪਤਾ। ਹੁਣ ਇੱਥੇ ਵੀ ਸਤਿਗੁਰੂ ਉਹੀ ਗੱਲ ਕਹਿ ਰਹੇ ਆ, ਹੋਰ ਕੀਤੇ ਗਾਵਨ, ਸੇ ਮੈਂ ਚਿਤ ਨਾ ਆਵਣ, ਮੈਨੂੰ ਨਹੀਂ ਪਤਾ, ਮੇਰੇ ਸਤਿਗੁਰੂ ਕਹਿੰਦੇ ਮੇਰੇ ਚਿੱਤ ਵਿੱਚ ਨਹੀਂ ਆ ਰਿਹਾ ਕਿ ਪਤਾ ਨਹੀਂ ਤੈਨੂੰ ਹੋਰ ਕਿੰਨੇ ਕੁ ਗਾ ਰਹੇ ਆ। ਇਹ ਜਿੰਨੇ ਮੈਂ ਉੱਪਰ ਸਤਿਗੁਰੂ ਕਹਿੰਦੇ 10 ਆਂਦੇ ਆ ਨਾ, ਇਹ ਤੇ ਤੈਨੂੰ ਗਾ ਹੀ ਰਹੇ ਆ, ਪਰ ਇਹ ਤੋਂ ਇਲਾਵਾ ਇਹ ਨਾ ਸਮਝਿਓ ਕਿ ਸਿਰਫ ਇਹ ਗਾ ਰਹੇ ਆ। ਤੇ ਹੋਰ ਸਤਿਗੁਰੂ ਕਹਿੰਦੇ ਮੈਨੂੰ ਪਤਾ ਹੀ ਨਹੀਂ, ਮੇਰੇ ਚਿੱਤ 'ਚ ਨਹੀਂ ਆ ਰਿਹਾ ਕਿ ਹੋਰ ਕਿੰਨੇ ਤੈਨੂੰ ਗਾ ਰਹੇ,
होर केते गावन से मैं चित न आवन नानक क्या विचारे। मैं की विचार दवां, मैं की विचार जेड़ा आप जी दे सामने रखां कि उन्होंने कौन कौन होर गा रहा है। सोई सोई सदा सच साहिब साचा साची नाई। वो जेड़ा परमात्मा सोई सोई सदा सच, वो सदा ही सच है, सਦੀवी सच्चा है, साहिब है, वो साचा है, साची नाई। ਉਹਦੀ ਵਡਿਆਈ ਜਿਹੜੀ ਹੈ ਉਹ ਵੀ ਸੱਚੀ ਹੈ, ਜਿਹੜੀ ਉੱਪਰ ਵਾਲੇ ਗਾ ਰਹੇ ਸਨ ਉਹ ਵਡਿਆਈ ਬੜੀ ਸੱਚੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਜਿਸ ਅਕਾਲ ਪੁਰਖ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਹੋਈ ਆ, ਉਹ ਇਸ ਵੇਲੇ ਮੌਜੂਦ ਹੈ ਤੇ ਸਦਾ ਹੀ ਮੌਜੂਦ ਰਹੇਗਾ, ਤੇ ਨਾ ਉਹ ਜੰਮਿਆ ਤੇ ਨਾ ਉਹਨੇ ਮਰਨਾ ਹੈ ਪੀ ਹੋਸੀ ਜਾਏ ਨਾ ਜਾਸੀ। ਕਿਤੇ ਨਹੀਂ ਜਾਂਦਾ, ਰਚਨਾ ਜਿਨ ਰਚਾਈ, ਜਿਹਨੇ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਜਿਹਦਾ ਦਰ ਬੜਾ ਸੋਹਣਾ ਹੈ, ਜਿਹਦਾ ਘਰ ਬੜਾ ਸੋਹਣਾ। ਇਹਦਾ ਮਤਲਬ ਇਹ ਨਹੀਂ ਕਿ ਉਹਦਾ ਘਰ ਖਤਮ ਹੋ ਜਾਏਗਾ, ਉਹਦਾ ਦਰ ਖਤਮ ਹੋ ਜਾਏਗਾ। ਸਤਿਗੁਰੂ ਕਹਿੰਦੇ ਜਿਹਨੇ ਰਚਨਾ ਰਚਾਈ ਹੈ ਉਹ ਸਦੀਵੀ ਹੈ, ਉਹਦੀ ਹੋਂਦ ਸਦੀਵੀ ਹੈ, ਉਹ ਕਦੀ ਖਤਮ ਨਹੀਂ ਹੋ ਸਕਦਾ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ। ਅਨੇਕਾਂ ਤਰ੍ਹਾਂ ਦੀ ਜਿਹੜੀ ਹੈ ਉਹਨੇ ਪ੍ਰਮਾਤਮਾ ਨੇ ਕਈ ਕਿਸਮਾਂ ਦੀ ਜਿਹੜੀ ਮਾਇਆ ਪੈਦਾ ਕਰਕੇ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਵੱਖ ਵੱਖ ਤਰ੍ਹਾਂ ਦੀਆਂ ਜਿਨਸਾਂ ਸੰਸਾਰ ਤੇ ਇਸ ਬ੍ਰਹਿਮੰਡ ਦੇ ਵਿੱਚ ਜਿਹੜੀਆਂ ਪੈਦਾ ਕੀਤੀਆਂ, ਰਚਨਾ ਜਿਨ ਰਚਾਈ। ਜਿਸ ਪਰਮਾਤਮਾ ਨੇ ਇਹ ਰਚਨਾ ਉਪਾਈ ਹੈ, ਮਾਇਆ ਮਾਇਆ ਜਿਨ ਉਪਾਈ। ਵਾਹਿਗੁਰੂ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਜਿਸ ਪਰਮਾਤਮਾ ਨੇ ਇਹ ਸਾਰੀ ਮਾਇਆ ਦੀ ਖੇਡ ਹੈ, ਜੋ ਮਾਇਆ ਉਪਾਈ ਹੋਈ ਹੈ, ਉਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਕਰ ਕਰ ਵੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ। ਵਾਹਿਗੁਰੂ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਉਹ ਪਰਮਾਤਮਾ ਜੋ ਹੈ ਉਹ ਰਚਨਾ ਰਚ ਰਚ ਕੇ ਕਰ ਕਰ ਵੇਖਿਆ, ਵੇਖ ਰਿਹਾ ਹੈ, ਕੀਤਾ ਆਪਣਾ ਆਪਣੇ ਕੀਤੇ ਹੋਏ ਨੂੰ ਉਹ ਬਣਾ ਕੇ ਵੇਖਦਾ ਹੈ ਤੇ ਫਿਰ ਢਹਿ ਢੇਰੀ ਕਰਕੇ ਫਿਰ ਬਣਾਈ ਜਾ ਰਿਹਾ। ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਉਹਨੂੰ ਜਿਵੇਂ ਭਾਉਂਦਾ ਹੈ, ਜਿਵੇਂ ਉਹਦੀ ਰਜਾ ਹੈ, ਜਿਵੇਂ ਉਹਦੀ ਮਰਜ਼ੀ ਹੈ, ਉਹ ਜੀਵਾਂ ਨੂੰ ਰਚ ਰਿਹਾ ਹੈ, ਬਣਾ ਰਿਹਾ ਹੈ ਤੇ ਬਣਾ ਕੇ ਨਾਸ਼ ਕਰੀ ਜਾ ਰਿਹਾ। ਬੱਬੇ ਬਾਜੀ ਖੇਲਣ ਲੱਗਾ, ਚੱਬੜ ਕੀਤੇ ਚਾਰ ਜੁਗਾ ਹੁਆ। ਇਹ ਦਾ ਤਮਾਸ਼ਾ ਹੈ ਸਾਰਾ ਸੰਸਾਰ। ਤੇ ਇਹੀ ਸਤਿਗੁਰਾਂ ਨੇ ਕਹਿ ਦਿੱਤਾ ਕਿ ਇਹ ਸਾਰਾ ਸੰਸਾਰ ਉਹਦਾ ਅਕਾਲ ਪੁਰਖ ਦਾ ਤਮਾਸ਼ਾ ਹੈ ਕਿ ਉਹ ਬਣਾਉਂਦਾ ਹੈ, ਰਚਦਾ ਹੈ, ਫਿਰ ਨਾਸ਼ ਕਰਕੇ ਫਿਰ ਬਣਾਏ ਜਾ ਰਿਹਾ ਹੈ। ਇਹ ਉਹਦੀ ਰਜਾ ਹੈ। ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ। ਜੋ ਕੁਛ ਉਹਨੂੰ ਪਾਉਂਦਾ ਹੈ ਉਹੀ ਕਰਦਾ ਹੈ। ਕੋਈ ਜਣਾ ਖਣਾ ਉਸ ਨੂੰ ਫਰਮਾਨ ਜਾਰੀ ਨਹੀਂ ਕਰਦਾ। ਕੋਈ ਉਹਨੂੰ ਕਹਿ ਨਹੀਂ ਸਕਦਾ ਪ੍ਰਮਾਤਮਾ ਤੂੰ ਇੰਜ ਕਰ ਲਾ, ਪ੍ਰਮਾਤਮਾ ਤੂੰ ਇੰਜ ਕਰ ਲਾ। ਨਹੀਂ, ਇਹ ਉਹਦੀ ਮਰਜ਼ੀ ਹੈ ਕਿ ਉਹ ਸਾਜਦਾ ਹੈ, ਬਣਾਉਂਦਾ ਹੈ, ਢਾਉਂਦਾ ਹੈ, ਤੇ ਉਸੇ ਦੀ ਮਰਜ਼ੀ ਦੇ ਅਨੁਸਾਰ ਸਾਰਾ ਕਾਰਜ ਚੱਲ ਰਿਹਾ। ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ। ਕੋਈ ਉਹਨੂੰ ਹੁਕਮ ਨਹੀਂ ਕਰ ਸਕਦਾ। ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ, ਇੱਥੇ ਪਾਤਸ਼ਾਹੀ ਸ਼ਬਦ ਆਇਆ ਤੇ ਜਦੋਂ ਆਪਾਂ ਰਹਿ ਰਸ ਪੜਾਂਗੇ ਉੱਥੇ ਪਤ ਸਾਹਿਬ ਸ਼ਬਦ ਆਏਗਾ। ਸੋ ਪਾਤਸ਼ਾਹੋ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ। ਉਹ ਰਾਜਿਆਂ ਦਾ ਰਾਜਾ ਹੈ, ਮਹਾਰਾਜਾ ਹੈ। ਨਾਨਕ ਰਹਿਣ ਰਜਾਈ, ਉਹਦੀ ਰਜਾ ਦੇ ਵਿੱਚ ਹੀ ਬਣ ਆਉਂਦਾ ਹੈ ਕਿ ਮਨੁੱਖ ਉਹਦੀ ਰਜਾ ਦੇ ਵਿੱਚ ਰਵੇ। ਗੁਰੂ ਨਾਨਕ ਸਾਹਿਬ ਕਹਿੰਦੇ ਕਿ ਉਹਦੀ ਰਜਾ ਵਿੱਚ ਚੱਲਣ ਦੇ ਵਿੱਚ ਹੀ ਤੁਹਾਡਾ ਭਲਾ ਹੈ। ਉਹਨੂੰ ਪਤਾ ਨਹੀਂ ਕਿੰਨੇ ਜੀਵ ਜੰਤੂ ਸੰਸਾਰ ਦੇ ਕਿੰਨੇ ਕੁ ਜਿਹੜੇ ਆ ਦੇਵੀ ਦੇਵਤੇ ਉਹਨੂੰ ਗਾ ਰਹੇ ਆ, ਤੇ ਪਰ ਅਖੀਰ ਤੇ ਸਤਿਗੁਰਾਂ ਨੇ ਕਿਹਾ ਉਹ ਸਾਰਿਆਂ ਦਾ ਰਾਜਾ ਹੈ, ਸਾਰਿਆਂ ਦਾ ਪਾਤਸ਼ਾਹ ਹੈ। ਤੇ ਮਨੁੱਖ ਦੇ ਲਈ ਇੱਕੋ ਗੱਲ ਹੈ, ਉਹ ਕਿਹੜੀ? ਨਾਨਕ ਰਹਿਣ ਰਜ਼ਾਈ। ਉਹਦੀ ਰਜ਼ਾ ਦੇ ਵਿੱਚ ਚੱਲ ਕੇ ਹੀ ਉਹਦੇ ਵਿੱਚ ਲੀਨਤਾ ਪ੍ਰਾਪਤ ਹੋ ਸਕਦੀ ਹੈ। ਉਹਦੀ ਰਜ਼ਾ 'ਚ ਚੱਲ ਕੇ ਮਨੁੱਖ ਨੂੰ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ। ਸੋ ਸਾਧ ਸੰਗਤ ਆਪਾਂ ਅੱਜ ਇਹ ਜਿਹੜੀ ਆ 27ਵੀਂ ਪੌੜੀ, 26ਵੀਂ ਤੇ 27ਵੀਂ ਪੌੜੀ ਦੀ ਜਿਹੜੀ ਹੈ ਸੰਥਿਆ ਤੇ ਵਿਆਖਿਆ ਕੀਤੀ ਹੈ। ਤੇ ਆਪ ਜੀ ਨੇ ਸਮਾਂ ਵਧੀਕ ਹੋ ਚੁੱਕਾ ਹੈ ਤੇ ਆਪ ਜੀ ਨੇ ਇਹਨਾਂ ਚੰਗੀ ਤਰ੍ਹਾਂ ਜਿਹੜਾ ਹੈ ਸੰਥਿਆ ਕਰ ਲੈਣੀ। ਤੇ ਕੱਲ ਨੂੰ ਆਪਾਂ ਸਵਾਲਾਂ ਜਵਾਬਾਂ ਤੋਂ ਹੀ ਆਰੰਭ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਅਗਲੀ ਪੌੜੀ ਦੀ ਜਿਹੜੀ ਆਰੰਭਤਾ ਕਰਾਂਗੇ। ਸੋ ਇੰਨੀਆਂ ਕੁ ਆਪ ਜੀ ਨੇ ਬੇਨਤੀਆਂ ਪ੍ਰਵਾਨ ਕਰਨੀਆਂ ਸਾਧ ਸੰਗਤ ਜੀ, ਕਿਉਂਕਿ ਸਮਾਂ ਕਾਫੀ ਹੋ ਚੁੱਕਾ ਹੈ। ਤੇ ਇਹਨਾਂ ਪੌੜੀਆਂ, 2 ਪੌੜੀਆਂ ਦੇ ਨਾਲ ਸੰਬੰਧਿਤ ਜੇ ਆਪ ਜੀ ਦਾ ਕੋਈ ਸਵਾਲ ਹੋਵੇ ਤੇ ਆਪ ਜੀ ਪੁੱਛ ਸਕਦੇ ਹੋ। ਮੇਰੇ ਖਿਆਲ ਨਾਲ ਹੈ ਜੇ 10 ਮਿੰਟ। ਹਾਂਜੀ, ਪੁੱਛ ਸਕਦੇ ਹੋ ਆਪ ਜੀ। ਜੇ ਕਿਸੇ ਦਾ ਕੋਈ ਸਵਾਲ ਹੈ, ਆਪਣਾ ਤੁਸੀਂ ਕੈਮਰਾ ਤੇ ਆਪਣਾ ਮਾਈਕ ਜੋ ਹੈ ਉਹ ਔਨ ਕਰਕੇ ਤੇ ਤੁਸੀਂ ਸਵਾਲ
ਪੁੱਛ ਸਕਦੇ ਹੋ। ਵਾਹਿਗੁਰੂ। ਠੀਕ ਹੈ ਜੀ, ਕੋਈ ਨਹੀਂ, ਆਪ ਜੀ ਨੇ ਇਸ 2 ਪੌੜੀਆਂ ਦੀ ਜਿਹੜੀ ਸੰਥਿਆ ਦੁਬਾਰਾ ਇੱਕ ਵਾਰੀ ਪੜ੍ਹ ਕੇ ਤੇ ਜੇ ਕੋਈ ਸਵਾਲ ਹੋਇਆ ਤੇ ਉਹ ਆਪਾਂ ਕੱਲ ਨੂੰ ਵਿਚਾਰ ਲਵਾਂਗੇ। ਸੋ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ।